ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਪੁਰਸ਼ੋਤਮੰ ਪਰਮ ਪਰਾਬਰਨਾਥ। ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ। संत हमारी ऊट सतानी, संत हमारा गहना। बेड़ी पार ने पवज लाउंदे, संत ने सहाई जिंद। पार ने पवज लाउंदे, संत ने सहाई जिंद। पार ने पवज लाउंदे, संत ने सहाई जिंद दे। बेड़ी पार ने पवज लाउंदे, संत ने सहाई जिंद। बेड़ी पार ने पवज लाउंदे, संत ने सहाई जिंद दे। बेड़ी पार ने पवज लाउंदे, संत ने सहाई जिंद दे। पार ने पवज लाउंदे जी, पवज लाउंदे जी, पवज लाउंदे, संत ने सहाई जिंद दे। बेड़ी पार ने पवज लाउंदे, संत सहाई जिंद दे। बेड़ी पार ने पवज लाउंदे, संत ने सहाई जिंद दे। बेड़ी पार ने पवज लाउंदे, संत ने सहाई जिंद दे। बेड़ी पार ने पवज लाउंदे, संत ने सहाई जिंद दे। बेड़ी पार ने पवज लाउंदे,
ਵਾਹਿਗੁਰੂ 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 ਵਾਹਿਗੁਰੂ। ਸਾਰੇ ਕਿਰਪਾ ਕਰੋ, ਸਾਰੀ ਸੰਗਤ ਬੋਲੇ ਵਾਹਿਗੁਰੂ 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 ਸੰਤਨ ਸਿਉ ਮੇਰੀ ਲੇਵਾ ਦੇਵੀ, 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 ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮਲਾ ਖਾਟਿਆ, 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 ਸੰਤਨ ਸਿਉ ਹਮਲਾ ਖਾਟਿਆ। ਵਾਹਿਗੁਰੂ 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 ਹਰ ਭਗਤ ਭਰੇ ਭੰਡਾਰਾ, ਭਗਤ ਭਰੇ ਭੰਡਾਰਾ, ਭਗਤ ਭਰੇ ਭਗਤ ਪਰੇ ਭੰਡਾਰਾ, ਸੰਤਨ ਮੋਕਾ ਪੂਜੀ ਸੌਂਪੀ, ਸੰਤਨ ਮੋਕਾ ਪੂਜੀ ਸੌਂਪੀ, ਸੰਤਨ ਮੋਹੀ ਸੋਹੀ, ਸੰਤਨ ਮੋਹੀ ਸੋਹੀ, ਉਤਰਿਆ ਮਨ ਕਾ ਦੁਖਾ, ਉਤਰਿਆ ਮਨ ਕਾ ਦੁਖਾ, ਉਤਰਿਆ ਮਨ ਕਾ ਹੋਗਾ, ਉਤਰਿਆ ਮਨ ਕਾ ਹੋਗਾ, ਧਰਮ ਰਾਏ ਅਬ ਕਹਾ ਕਰੇ, ਧਰਮ ਰਾਏ
मराए अब कहाँ करे धर्म गए अब कहाँ करे गो, धर्म गए अब कहाँ करे जो फाटियो सगलो लेखा, फाटियो सगलो लेखा, फाटियो सगलो लेखा, फाटियो सगलो लेखा। धर्म राय अब कहाँ करे गो, धर्म राय अब कहाँ करे गो, धर्म गए अब कहाँ करे गो, धर्म गए अब कहाँ करे गो। वाहिगुरु 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 ਸਾਧੂ ਹੁੰਦੇ ਨੀ ਰੂਪ ਰੱਬ ਦਾ, ਸਾਧੂ ਹੁੰਦੇ ਨੀ ਰੂਪ ਰੱਬ ਦਾ, ਸਾਧੂ ਦੇ ਜੀ 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 ਰੂਪ ਰੱਬ ਦਾ, ਸਾਧੂ ਹੁੰਦੇ ਨੀ ਰੂਪ ਰੱਬ ਦਾ, ਸਾਧੂ ਹੁੰਦੇ ਨੀ ਰੂਪ ਰੱਬ ਦਾ, ਸਾਧੂ ਦੇ ਜੀ 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 ਰੂਪ ਰੱਬ ਦਾ। ਪਰਮ ਸਤਿਕਾਰਯੋਗ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬ੍ਰਹਮ ਗਿਆਨੀ ਮਹਾਂਪੁਰਖ ਧੰਨ ਧੰਨ ਸੰਤ ਬਾਬਾ ਦੂਲਾ ਸਿੰਘ ਜੀ ਮਹਾਰਾਜ ਜੀਆਂ ਦੇ ਪਾਵਨ ਅਸਥਾਨ ਉੱਤੇ ਮਹਾਰਾਜ ਜੀਆਂ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਦੇ ਵਿੱਚ ਸਤਸੰਗ ਦਾ ਲਾਹਾ ਲੈ ਰਹੇ ਸਮੂਹ ਗੁਰੂ ਖਾਲਸਾ ਸਤਿਗੁਰੂ ਜੀ ਦੀ ਸਾਜੀ ਅਤੇ ਨਵਾਜੀ ਸਾਧ ਸੰਗਤ ਜੀ ਅਦਬ ਸਤਕਾਰ ਸਹਿਤ ਗੁਰਫਤਿਹ ਦੀ ਸਾਂਝ ਪਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕੀਤੀ ਹੈ ਆਪਾਂ ਸਾਰਿਆਂ ਨੂੰ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਿਆਂ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਸੰਗ ਦੇ ਵਿੱਚ ਆਪ ਸਭ ਮਾਈ ਭਾਈ ਹਾਜ਼ਰ ਹੋਏ ਹੋ। ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਕੋਈ ਸੇਵਨ ਸਮਰਥ ਆਪਣਾ ਬਿਨਸੈ ਸਭ ਮੰਦਾ। ਧਰਤੀ ਨੂੰ ਭਾਗ ਲੱਗ ਜਾਂਦੇ ਨੇ ਜਿੱਥੇ ਰੱਬ ਦੇ ਪਿਆਰੇ ਬੰਦਗੀ ਕਰਨ। 68 ਤੀਰਥ ਜਹ ਸਾਧ ਭਗਤ ਰਹਿ। ਸਾਡੇ ਮਹਾਂਪੁਰਖ ਕਿਹਾ ਕਰਦੇ ਨੇ, ਕਹਿੰਦੇ ਕਿਸੇ ਵੀ ਤੀਰਥ ਨੇ ਕੋਈ ਮਹਾਤਮਾ ਪ੍ਰਗਟ ਨਹੀਂ ਕੀਤਾ, ਪਰ ਮਹਾਤਮਾਵਾਂ ਨੇ ਬਹੁਤ ਤੀਰਥ ਪ੍ਰਗਟ ਕੀਤੇ ਨੇ। ਤੀਰਥ ਸੰਤ ਨਹੀਂ ਬਣਾਉਂਦੇ, ਪਰ ਸੰਤ ਤੀਰਥ ਬਣਾ ਦਿੰਦੇ ਆ। ਸੰਤ ਖੁਦ ਹੀ ਤੀਰਥ ਹੁੰਦੇ ਆ। ਜਿੰਨੇ ਵੀ ਤੀਰਥ ਨੇ ਜੜ ਤੀਰਥ, ਉਹਨਾਂ ਤੇ ਕੋਈ ਜਾਏਗਾ, ਉੱਥੇ ਜਾ ਕੇ ਕੋਈ ਜਪ ਤਪ ਕਰੇਗਾ, ਸੇਵਾ ਸਿਮਰਨ ਕਰੇਗਾ, ਦਾਨ ਪੁੰਨ ਕਰੇਗਾ ਤੇ ਭਲਾ ਹੋਏਗਾ। ਪਰ ਸੰਤਾਂ ਨੂੰ ਜੰਗਮ ਤੀਰਥ ਕਿਹਾ, ਮਹਾਂਪੁਰਖ ਘਰ ਘਰ ਜਾ ਕੇ ਤਾਰਦੇ ਆ।
ਮਹਾਂਪੁਰਖਾਂ ਦਾ ਦਰਜਾ ਇਸੇ ਹੀ ਕਰਕੇ ਗੁਰਬਾਣੀ ਦੇ ਵਿੱਚ ਬਹੁਤ ਵੱਡਾ ਲਿਖਿਆ ਹੈ। ਮਹਾਰਾਜ ਕਹਿੰਦੇ ਜਨਮ ਮਰਨ ਦੋਹੂ ਮਹਿ ਨਾਹੀ ਜਨ ਪਰ ਉਪਕਾਰੀ। ਪਰ ਉਪਕਾਰ ਵਾਸਤੇ ਸੰਸਾਰ ਤੇ ਆਉਂਦੇ ਨੇ, ਭੁੱਲਿਆਂ ਭਟਕਿਆਂ ਹੋਇਆਂ ਨੂੰ ਵਾਹਿਗੁਰੂ ਦੇ ਲੜ ਲਾ ਕੇ ਜਿਉਂਦਿਆਂ ਵਿੱਚ ਕਰ ਜਾਂਦੇ ਨੇ। ਸਰੀਰ ਕਰਕੇ ਮਹਾਂਪੁਰਖ ਬੇਸ਼ੱਕ ਸੰਸਾਰ ਨੂੰ ਓਹਲਾ ਵੀ ਦੇ ਜਾਂਦੇ ਨੇ, ਫਿਰ ਵੀ ਉਹਨਾਂ ਦੇ ਪਿਆਰ ਦੇ ਵਿੱਚ, ਉਹਨਾਂ ਦੀ ਬੰਦਗੀ ਦੇ ਪ੍ਰਤਾਪ ਦਾ ਸਦਕਾ ਸੰਗਤਾਂ ਉਹਨਾਂ ਦੇ ਨਾਮ ਸਦਕਾ ਪਰਮੇਸ਼ਰ ਨਾਲ ਜੁੜਦੀਆਂ ਹੀ ਰਹਿੰਦੀਆਂ। ਵੱਡਾ ਪਰਉਪਕਾਰ ਹੁੰਦਾ ਸੰਤਾਂ ਦਾ ਇਹ। ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਏ। ਮਾਰੇ ਕਹਿੰਦੇ ਸਭ ਤੋਂ ਵੱਡਾ ਦਰਜਾ ਹੈ ਸੰਤਾਂ ਦਾ। ਕਿਸੇ ਰਾਜੇ ਮਹਾਰਾਜੇ ਨੂੰ ਵੀ ਵੱਡਾ ਆਖਿਆ ਮਹਾਰਾਜ ਨੇ, ਵੱਡਾ ਆਖਿਆ ਤੇ ਸੰਤਾਂ ਨੂੰ ਆਖਿਆ। ਕਿਹਨਾਂ ਨੂੰ ਜੀ? ਪ੍ਰੇਮ ਨਾਲ ਬੋਲਣ ਦਾ ਯਤਨ ਕਰਿਆ ਕਰੋ। ਪਹਿਲੇ ਹਿੱਸੇ ਦਾਸ ਬੋਲਦਾ ਜੀ, ਦੂਜੇ ਹਿੱਸੇ ਸਾਰੇ ਭਾਈ ਬੋਲਿਆ ਕਰੋ ਜਥੇ ਸਮੇਤ। ਤੀਜੇ ਹਿੱਸੇ ਮਾਈਆਂ ਬੀਬੀਆਂ ਭੈਣਾਂ ਗੱਜ ਵੱਜ ਕੇ ਬੋਲਣ ਦੀ ਖੇਚਲ ਕਰਿਆ ਕਰੋ। ਮਹਾਰਾਜ ਨੇ ਗੁਰਬਾਣੀ ਦੇ ਵਿੱਚ ਇਉਂ ਆਖਿਆ ਸਾਧੂਆਂ ਦੇ ਪ੍ਰਤੀ, ਜਿਨ ਘਰ ਧਨ ਹਰ ਨਾਮਾ, 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 ਜਿਨ ਘਰ ਧਨ ਹਰ ਨਾਮਾ। ਭਾਗ ਠੜੇ ਹਰ ਸੰਤ ਤੁਮਾਰੇ, ਭਾਗ ਠੜੇ ਹਰ ਸੰਤ ਤੁਮਾਰੇ, ਆਗਣੇ ਹਰ ਸੰਤ ਤੁਮਾਰੇ, ਆਗਣੇ ਹਰ, ਆਗਣੇ ਹਰ ਸੰਤ ਤੁਮਾਰੇ, ਆਗਣੇ ਹਰ ਸੰਤ ਤੁਮਾਰੇ, ਭਾਗ ਠੜੇ ਹਰ ਸੰਤ ਤੁਮਾਰੇ, ਭਾਗ ਠੜੇ ਹਰ ਸੰਤ ਤੁਮਾਰੇ, ਆਗਣੇ ਹਰ ਸੰਤ ਤੁਮਾਰੇ, ਆਗਣੇ ਹਰ ਸੰਤ, ਆਗਣੇ ਹਰ ਸੰਤ ਤੁਮਾਰੇ, ਆਗਣੇ ਹਰ ਸੰਤ ਤੁਮਾਰੇ। ਜਿਨ ਘਰ ਧਨ ਹਰ ਨਾਮਾ, 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 ਜਿਨ ਘਰ ਧਨ ਹਰ, ਜਿਨ ਘਰ ਧਨ ਹਰ ਨਾਮਾ, ਜਿਨ ਘਰ ਧਨ ਹਰ ਨਾਮਾ, ਜਿਨ ਘਰ ਧਨ ਹਰ ਨਾਮਾ, ਜਿਨ ਘਰ ਧਨ ਹਰ ਨਾਮਾ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਮਾ। ਰੱਬ ਨਾਲੋਂ ਭੁੱਲਿਆ ਹੋਇਆਂ ਨੂੰ, ਭਟਕਿਆ ਹੋਇਆਂ ਨੂੰ ਸੱਚ ਦੇ ਰਾਹ ਤੇ ਲੈ ਆਉਂਦੇ ਨੇ ਸਾਧੂ। ਸੰਸਾਰ ਆਪਣੇ ਦੁੱਖਾਂ ਦਾ ਮਾਰਿਆ ਜਦੋਂ ਮਹਾਂਪੁਰਸ਼ਾਂ ਦੇ ਕੋਲ ਆਉਂਦਾ, ਸਾਧੂਆਂ ਦੇ ਕੋਲ ਆਉਂਦਾ, ਮਹਾਂਪੁਰਖ ਪਰਮੇਸ਼ਰ ਦੇ ਨਾਮ ਨਾਲ ਜੋੜ ਦਿੰਦੇ ਨੇ, ਅਸਲ ਸੁਖ ਦੀ ਪਹਿਚਾਣ ਕਰਾ ਦਿੰਦੇ ਨੇ। ਲਾਹੌਰ ਦਾ ਰਹਿਣ ਵਾਲਾ ਸੀ ਜੀ ਇੱਕ ਸੇਠ, ਬੜਾ ਧਨਾਢ ਸੀ, ਕਿਸੇ ਚੀਜ਼ ਦੀ ਕਮੀ ਨਹੀਂ ਸੀ। ਇਤਿਹਾਸ ਵਿੱਚ ਉਹਦਾ ਨਾਮ ਆਇਆ ਜੀ ਸੇਠ ਮਹਿੰਗਾ ਮੱਲ। ਮਾਇਆ ਦੇ ਨਾਲ ਤੁਸੀਂ ਸੁੱਖਾਂ ਦੇ ਸਾਧਨ ਖਰੀਦ ਸਕਦੇ ਹੋ, ਪਰ ਸੁੱਖ ਨਹੀਂ ਖਰੀਦ ਸਕਦੇ। ਸੁੱਖਾਂ ਦੇ ਸਾਧਨ ਕੋਲ ਹੋਣੇ ਹੋਰ ਚੀਜ਼ ਹੈ, ਸੁਖੀ ਹੋਣਾ ਗੱਲ ਕੁਝ ਹੋਰ ਹੈ। ਜਿਸ ਮਨੁੱਖ ਦੀ ਅੰਦਰਲੀ ਤ੍ਰਿਸ਼ਨਾ ਨਹੀਂ ਮਰੀ, ਮਹਾਰਾਜ ਕਹਿੰਦੇ ਤ੍ਰਿਸ਼ਨਾਲੂ ਬੰਦਾ ਕਦੇ ਸੁਖੀ ਨਹੀਂ ਹੁੰਦਾ। ਹਰ ਵੇਲੇ ਅੰਦਰ ਭੁੱਖ ਲੱਗੀ ਹੋਈ ਹੈ, ਤੜਫ ਲੱਗੀ ਹੋਈ ਹੈ, ਅੰਦਰ ਇੱਕ ਇੱਛਾ ਹੈ, ਸਹਿਸ ਖੱਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨ ਆਵੈ, ਮਾਇਆ ਪਾਛੈ ਪਾਵੈ।
ਆਪਣੇ ਮਨ ਨੂੰ ਪੁੱਛ ਕੇ ਵੇਖੀਏ ਮਨਾ, ਜਿੱਦਣ ਤੇਰੇ ਕੋਲੇ ਕੁਝ ਸੈਂਕੜੇ ਰੁਪਈਏ ਹੁੰਦੇ ਸੀ, ਉਦਣ ਤੂੰ ਚਾਹੁੰਦਾ ਸੈਂ ਕੁਝ ਹਜ਼ਾਰ ਹੋ ਜਾਣ ਤੇ ਗੱਲ ਮੁੱਕ ਸਕਦੀ ਹੈ। ਪਰ ਜਿੱਦਣ ਹਜ਼ਾਰਾਂ ਆ ਗਏ, ਤੇਰੇ ਮਨ ਨੇ ਉੱਥੇ ਠਹਿਰਨਾ ਨਾ ਕੀਤਾ, ਉਦਣ ਤੇਰੇ ਅੰਦਰ ਇੱਛਾ ਪੈਦਾ ਹੋ ਗਈ ਹਜ਼ਾਰਾਂ ਨਾਲ ਕੀ ਬਣਦਾ, ਲੱਖਾਂ ਚਾਹੀਦੇ ਆ। ਲੱਖਾਂ ਵੀ ਆ ਗਏ, ਮਨ ਫੇਰ ਵੀ ਨਾ ਟਿਕਿਆ। ਇਹਦੀ ਦੌੜ ਹੁਣ ਕਰੋੜਾਂ ਵੱਲ ਹੈ ਤੇ ਕਰੋੜਾਂ ਵਾਲਿਆਂ ਨੂੰ ਹੀ ਵੇਖਦਾ ਹਰ ਵੇਲੇ। ਇਹ ਝੂਰੀ ਜਾਂਦਾ ਵੇਖ ਵੇਖ ਕੇ ਮਹਿੰਗੀਆਂ ਕੋਠੀਆਂ, ਮਹਿੰਗੀਆਂ ਗੱਡੀਆਂ ਨੂੰ ਵੇਖ ਕੇ, ਦੂਜਿਆਂ ਦੀਆਂ ਸੁੱਖ ਸਹੂਲਤਾਂ ਨੂੰ ਵੇਖ ਕੇ ਝੂਰੀ ਜਾਂਦਾ ਹਰ ਵੇਲੇ, ਰੋਈ ਜਾਂਦਾ। ਜੀਵਨ ਬੀਤਦਾ ਤੁਰਿਆ ਜਾ ਰਿਹਾ ਹੈ, ਸਵਾਸ ਮੁੱਕਦੇ ਤੁਰੇ ਜਾ ਰਹੇ ਨੇ। ਦੇਖ ਫਰੀਦਾ ਜੋਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਪਰ ਉਹ ਇਹਨੂੰ ਯਾਦ ਹੀ ਨਹੀਂ। ਹਰ ਵੇਲੇ ਅਰਦਾਸਾਂ ਵੀ ਇਹੋ ਹੀ ਕਰੀ ਜਾਂਦਾ ਹੈ, ਮਹਾਰਾਜ ਮਾਇਆ ਦੇ ਖੁੱਲੇ ਗੱਫੇ ਬਖਸ਼ੋ, ਕਿਤੇ ਇਦਾਂ ਦੀ ਕੋਠੀ ਸਾਡੀ ਵੀ ਬਣ ਜਾਏ। ਮਹਾਰਾਜ ਕਹਿੰਦੇ ਪਿਆਰਿਆ ਕਿੱਥੇ ਭੁੱਲਿਆ ਫਿਰਦਾ, ਜੈਸੇ ਰੈਣ ਪਰਾਂ ਹੁਣੇ ਉੱਠ ਚੱਲ ਸਹਿ ਪ੍ਰਭਾਤ, ਰਾਤ ਕੱਟਣ ਵਾਸਤੇ ਆਇਆ, ਕਾਹਨੂੰ ਐਵੇਂ ਮੰਗਾਂ ਰੱਖੀਆਂ ਹੋਈਆਂ ਨੇ। ਰਾਤ ਕੱਟਣ ਆਇਆ ਸੰਸਾਰ ਤੇ, ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉੱਠ ਚੱਲੇ ਜਿਉ ਜਿਉ ਔਧ ਬਿਹਾਣੀਆਂ। ਆਪਣੇ ਆਪ ਨੂੰ ਇਹ ਗੱਲ ਕੋਈ ਗੁਰਮੁਖ ਸਮਝਾਉਂਦਾ ਹੈ, ਉਹ ਮਨਾ ਜਿੱਦਣ ਤੇਰੀ ਵਾਰੀ ਆ ਗਈ, ਜਿੱਦਣ ਤੇਰਾ ਸਮਾਂ ਆ ਗਿਆ, ਆ ਸਰੀਰ ਵੀ ਤੇਰੇ ਨਾਲ ਨਹੀਂ ਜਾਣਾ, ਹੋਰ ਵਸਤੂਆਂ ਕਿੱਥੇ ਚਲੀਆਂ ਜਾਣਗੀਆਂ, ਇਹ ਵੀ ਇੱਥੇ ਹੀ ਰਹਿ ਜਾਣਾ। ਹਜ਼ੂਰ ਮਹਾਰਾਜ ਕਹਿੰਦੇ ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤਹ ਜਾਨ, ਵਾ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਨ। ਜੀ ਕਰਕੇ ਰਹਿਣ ਬਸੇਰਾ, ਗੂੰਜਾਂ ਉੱਡ ਚੱਲਣਾ, 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 ਕਰਕੇ ਰਹਿਣ ਬਸੇਰਾ, ਗੂੰਜਾਂ ਉੱਡ ਚੱਲਣਾ। ਜੀ ਕਰਕੇ ਰਹਿਣ ਬਸੇਰਾ,
ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਨਸੈ ਨੀਤ। ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਐ ਮਿੱਤਰਾ ਸੁਣ ਲੈ, ਪਾਣੀ ਦੇ ਬੁਲਬੁਲੇ ਵਰਗਾ ਹੈ ਸੰਸਾਰ। ਇਹਦੀ ਕੋਈ ਸਥਿਰਤਾ ਨਹੀਂ ਹੈ। ਹੁਣ ਹੈ, ਜਰਾ ਕੁ ਨੂੰ ਹੋਣਾ ਕਿ ਨਹੀਂ ਕੋਈ ਪਤਾ ਨਹੀਂ। ਇੱਕ ਪਲ ਦਾ ਭਰੋਸਾ ਨਹੀਂ ਹੈ, ਇੱਕ ਸਵਾਸ ਦਾ ਭਰੋਸਾ ਨਹੀਂ ਹੈ। ਹਰ ਜਪਦਿਆਂ ਖਿਨ ਢਿੱਲ ਨਾ ਕੀਚਈ ਮੇਰੀ ਜਿੰਦੜੀਏ। ਬੜਾ ਸਮਝਾਉਂਦੇ ਨੇ ਗੁਰੂ ਮਹਾਰਾਜ, ਬੜਾ ਸਮਝਾਉਂਦੇ ਨੇ ਸਤਿਪੁਰਖ, ਸਾਧੂ ਜਨ, ਮਹਾਤਮਾ। ਨਾਮ ਜਪਣ ਵਾਲੇ ਬੜਾ ਕਹਿੰਦੇ ਆ, ਉਹ ਨਾਮ ਜਪਿਆ ਕਰ, ਸਿਮਰਨ ਕਰਿਆ ਕਰ। ਇਹ ਕਹਿੰਦਾ ਕੋਈ ਨਹੀਂ, ਕਰਨਾ ਹੈ ਤੇ ਸਹੀ, ਬਸ ਕਰ ਦੇਣਾ ਜੀ ਸ਼ੁਰੂ ਹੁਣ। ਮਹਾਰਾਜ ਕਹਿੰਦੇ ਭਲੇ ਕੰਮਾਂ ਨੂੰ ਦੇਰ ਨਹੀਂ ਕਰੀਦੀ। ਦੇਰੀ ਕਰੀਦੀ ਆ ਕਦੋਂ? ਬਿਲੰਬ ਪਾਪੰ। ਮਾੜਾ ਕੰਮ ਕਰਨਾ ਹੋਵੇ ਨਾ, ਦੇਰੀ ਕਰਨਾ। ਦੇਰੀ ਕਰੀਏ ਨਾ ਧਰਮ ਕਮਾਉਣ ਦੀ, ਪਾਪਾਂ ਵਾਰੀ ਲੱਖ ਸੋਚੀਏ। ਕਿਰਪਾ ਕਰਿਓ, ਬੋਲਿਓ ਜੀ ਸਾਰੇ ਜੀ। ਦੇਰੀ ਕਰੀਏ ਨਾ ਧਰਮ ਕਮਾਉਣ ਦੀ, ਪਾਪਾਂ ਵਾਰੀ ਲੱਖ ਦੇਰੀ ਕਰੀਏ ਨਾ ਧਰਮ ਕਮਾਉਣ ਦੀ, ਪਾਪਾਂ ਵਾਰੀ ਲੱਖ ਸੋਚੀਏ। ਦੇਰੀ ਕਰੀਏ ਨਾ ਧਰਮ ਕਮਾਉਣ ਦੀ, ਦੇਰੀ ਕਰੀਏ ਨਾ ਧਰਮ ਕਮਾਉਣ ਦੀ, ਪਾਪਾਂ ਵਾਰੀ ਲੱਖ ਕਰੀਏ ਨਾ ਧਰਮ ਕਮਾਉਣ ਦੀ, ਪਾਪਾਂ ਵਾਰੀ ਲੱਖ ਸੋਚੀਏ। ਦੇਰੀ ਕਰੀਏ ਨਾ ਧਰਮ ਕਮਾਉਣ ਦੀ, ਪਾਪਾਂ ਵਾਰੀ ਲੱਖ ਸੋਚੀਏ। ਦੇਰੀ ਕਰੀਏ ਨਾ ਧਰਮ ਕਮਾਉਣ ਦੀ, ਪਾਪਾਂ ਵਾਰੀ ਦੇਰੀ ਕਰੀਏ ਨਾ ਧਰਮ ਕਮਾਉਣ ਦੀ, ਵਾਰੀ ਲੱਖ ਸੋਚੀਏ। ਮਾੜਾ ਫੁਰਨਾ ਅੰਦਰ ਆਵੇ, ਵਿਚਾਰ ਕਰਨੀ ਚਾਹੀਦੀ ਹੈ, ਪਰ ਜੇ ਧਰਮ ਕਮਾਉਣ ਦਾ ਅੰਦਰ ਖਿਆਲ ਆਉਂਦਾ ਤੇ ਦੇਰੀ ਨਹੀਂ ਕਰਨੀ ਚਾਹੀਦੀ। ਮਹਾਰਾਜ ਕਹਿੰਦੇ ਹਰ ਜਪਦਿਆਂ ਖਿਨ ਢਿੱਲ ਨਾ ਕੀਚਈ ਮੇਰੀ ਜਿੰਦੜੀਏ। ਮੱਤ ਕੇ ਜਾਪੈ ਸਾਹ ਆਵੈ ਕਿ ਨਾ ਆਵੈ। ਇਹ ਕਹਿੰਦਾ ਸਮਾਂ ਹੀ ਹੈ ਨਹੀਂ ਜੀ। ਇੱਕ ਸਰੰਗੀ ਵਜਾਉਣ ਵਾਲਾ ਨੌਜਵਾਨ ਸਰੰਗੀ ਵਜਾ ਕੇ ਇੱਕ 2-2 ਰੁਪਏ ਇਕੱਠੇ ਕਰਦਾ ਸੀ। ਇੱਕ ਦਿਨ ਐਸਾ ਹੋਇਆ, ਸਵੇਰ ਤੋਂ ਲੈ ਕੇ ਦੁਪਹਿਰ ਤੋਂ ਲੌਂਡਾ ਵੇਲਾ ਹੋ ਗਿਆ ਜੀ। ਸਰੰਗੀ ਉਹਨੇ ਬਹੁਤਿਆਂ ਨੂੰ ਸੁਣਾਈ, ਪਰ ਕਿਸੇ ਨੇ ਵੀ ਇੱਕ ਦਮੜਾ ਨਾ ਦਿੱਤਾ। ਸਵੇਰ ਤੋਂ ਲੈ ਕੇ ਉਹਨੇ ਛਕਿਆ ਕੁਝ ਨਾ, ਭੁੱਖਾ ਸੀ। ਇੱਕ ਸੇਠ ਆਪਣੀ ਦੁਕਾਨ ਤੇ ਬੈਠਾ ਹਿਸਾਬ ਕਿਤਾਬ ਕਰ ਰਿਹਾ ਹੈ। ਇਹ ਨੌਜਵਾਨ ਉਹਦੇ ਕੋਲ ਜਾ ਕੇ ਤਰਲਾ ਕਰਦਾ, ਸੇਠ ਜੀ ਮੈਨੂੰ ਭੁੱਖ ਬੜੀ ਲੱਗੀ ਹੈ, ਸਵੇਰ ਦਾ ਮੈਂ ਬੜਿਆਂ ਨੂੰ ਸਰੰਗੀ ਸੁਣਾਈ ਹੈ, ਪਰ ਕਿਸੇ ਨੇ ਮੈਨੂੰ ਇੱਕ ਦਮੜਾ ਨਹੀਂ ਦਿੱਤਾ। ਤੁਸੀਂ ਮੇਰੇ ਕੋਲੋਂ ਸਰੰਗੀ ਸੁਣ ਲਓ ਤੇ ਮੈਨੂੰ 2 ਰੁਪਏ ਦੇ ਦਿਓ, ਮੈਂ ਰੋਟੀ ਖਾ ਲਾਂਗਾ। ਸੇਠ ਕਹਿੰਦਾ ਮੇਰੇ ਕੋਲੇ ਤਾਂ ਮਰਨ ਦਾ ਵੇਲ ਨਹੀਂ, ਤੂੰ ਕਹਿੰਦਾ ਸਰੰਗੀ ਸੁਣ ਲੈ। ਮੇਰੇ ਕੋਲੇ ਵੇਲ ਕਿੱਥੇ ਹੈ? ਆ ਵੇਖ ਕਿੰਨੇ ਵਹੀ ਖਾਤੇ, ਇਹ ਸਾਰੇ ਮੈਂ ਦੇਖਣੇ ਨੇ, ਮੇਰੇ ਕੋਲੇ ਸਮਾਂ ਨਹੀਂ ਹੈ, ਤੂੰ 2 ਰੁਪਏ ਲੈ ਜਾਓ। ਕਹਿੰਦਾ ਨਹੀਂ, ਏਦਾਂ ਪੈਸੇ ਮੈਂ ਨਹੀਂ ਲੈ ਕੇ ਜਾਣੇ, ਮੈਂ ਭੀਖ ਨਹੀਂ ਮੰਗ ਰਿਹਾ। ਕਹਿੰਦੇ ਚੱਲ ਫਿਰ ਏਦਾਂ ਕਰ, ਤੂੰ ਪੈਸੇ ਮੇਰੇ ਤੋਂ ਅੱਜ ਲੈ ਜਾ। ਅੱਜ ਸੋਮਵਾਰ ਹੈ ਨਾ, ਸ਼ੁੱਕਰਵਾਰ ਨੂੰ ਮੇਰੇ ਕੋਲੇ ਥੋੜਾ ਜਿਹਾ ਸਮਾਂ ਹੈਗਾ, ਸ਼ੁੱਕਰਵਾਰ ਨੂੰ ਆ ਕੇ ਮੈਨੂੰ ਸਰੰਗੀ ਸੁਣਾ ਜਾਈ। ਕਹਿੰਦਾ ਹਾਂ ਚਲੋ, ਇਹ ਤੇ ਗੱਲ ਮੰਨੀ। ਵਾਅਦਾ ਕਰ ਦਿੱਤਾ, ਮੈਂ ਸ਼ੁੱਕਰਵਾਰ ਨੂੰ ਆਵਾਂਗਾ। 2 ਰੁਪਏ ਲਏ ਉਹਦੇ ਕੋਲੋਂ, 2 ਦਮੜੇ ਲੈ ਕੇ ਜਾ ਕੇ ਉਹਨੇ ਪ੍ਰਸ਼ਾਦਾ ਪਾਣੀ ਛਕਿਆ। ਹੁਣ ਜਦੋਂ ਸ਼ੁੱਕਰਵਾਰ ਨੂੰ ਮੁੜ ਕੇ ਉੱਥੇ ਆਇਆ, ਹੁਣ ਉਸੇ ਹੀ ਦੁਕਾਨ ਦੇ ਉੱਤੇ, ਉਸੇ ਹੀ ਹੱਟੀ ਦੇ ਉੱਤੇ ਜਦ ਆ ਕੇ ਦੇਖਦਾ, ਕੀ ਦੇਖਿਆ ਵੀ ਸੇਠ ਨਹੀਂ ਬੈਠਾ, ਕੋਈ ਹੋਰ ਨੌਜਵਾਨ ਬੈਠਾ ਹੈ। ਅੱਛਾ ਚਲੋ ਪੁੱਛ ਲੈਨੇ ਆ ਇਹਨੂੰ। ਕਹਿੰਦੇ ਜੀ ਸੇਠ ਜੀ ਕਿੱਥੇ ਗਏ? ਕਹਿੰਦੇ ਦੱਸੋ ਕੰਮ ਕੀ ਨੇ? ਕਹਿੰਦੇ ਕੰਮ ਤਾਂ ਇੰਨਾ ਹੀ ਹੈ ਵੀ ਮੈਂ ਸੋਮਵਾਰ ਆਇਆ ਸਾਂ,
2 ਰੁਪਏ ਉਹਨਾਂ ਨੇ ਮੈਨੂੰ ਦਿੱਤੇ ਸਨ, ਪਰ ਸਰੰਗੀ ਨਹੀਂ ਸੀ ਉਦਣ ਮੇਰੇ ਕੋਲੋਂ ਸੁਣੀ, ਤੇ ਮੇਰੇ ਨਾਲ ਅੱਜ ਦਾ ਵਾਅਦਾ ਸੀ ਉਹਨਾਂ ਦਾ। ਅੱਜ ਉਹਨਾਂ ਨੇ ਮੇਰੇ ਕੋਲੋਂ ਸਰੰਗੀ ਸੁਣਨੀ ਸੀ, ਤੇ ਮੈਂ ਆਪਣੇ ਵਾਅਦੇ ਮੁਤਾਬਕ ਮੈਂ ਆ ਗਿਆ। ਮੈਨੂੰ ਦੱਸੋ ਸੇਠ ਜੀ ਕਿੱਥੇ ਆ, ਮੈਂ ਉਹਨਾਂ ਨੂੰ ਸਰੰਗੀ ਸੁਣਾ ਦਿਆਂ। ਉਹ ਕਹਿੰਦੇ ਮਿੱਤਰਾ ਤੂੰ ਸੋਮਵਾਰ ਆਇਆ ਸੈਂ ਤੇ ਬੁੱਧਵਾਰ ਸੇਠ ਜੀ ਚੜਾਈ ਕਰ, ਬੁੱਧਵਾਰ ਚੜਾਈ ਕਰ। ਅੱਛਾ, ਜਿੱਥੇ ਸੰਸਕਾਰ ਕੀਤਾ ਸੀ ਨਾ ਜੀ, ਉਹ ਰਾਖ ਦੀ ਢੇਰੀ ਕੋਲ ਜਾ ਕੇ ਬਹਿ ਗਿਆ। ਕਹਿੰਦਾ ਸੇਠ ਜੀ ਹੁਣ ਤਾਂ ਨਹੀਂ ਕੋਈ ਕੰਮ, ਹੁਣ ਤਾਂ ਵਿਹਲੇ ਹੀ ਹੋ, ਹੁਣ ਸੁਣ ਲਓ। ਆਪਣੇ ਨਾਲ ਵੀ ਇੱਕ ਦਿਨ ਇਦਾਂ ਹੀ ਹੋਣਾ ਹੈ। ਮਹਾਂਪੁਰਸ਼ ਬੜੀਆਂ ਆਵਾਜ਼ਾਂ ਮਾਰਦੇ, ਆਓ ਪਿਆਰਿਓ ਨਾਮ ਜਪਿਆ ਕਰੋ, ਸਿਮਰਨ ਕਰਿਆ ਕਰੋ, ਅੰਮ੍ਰਿਤ ਵੇਲੇ ਉੱਠਿਆ ਕਰੋ, ਨਿਤਨੇਮ ਕਰਿਆ ਕਰੋ। ਕਹਿੰਦਾ ਜੀ ਕਹਿੰਨੇ ਤਾਂ ਤੁਸੀਂ ਠੀਕ ਹੋ, ਪਰ ਮੇਰਾ ਵੇਲ ਕਿੱਥੇ, ਮੇਰੇ ਤੇ ਕੰਮ ਹੀ ਬੜੇ ਆ। ਚੇਤਾ ਰੱਖਿਓ ਜਿੱਦਣ ਵਾਰੀ ਆ ਗਈ ਸੰਸਾਰ ਤੋਂ ਤੁਰ ਜਾਣ ਦੀ, ਕੰਮ ਉਦਣ ਵੀ ਬਹੁਤ ਹੋਣਗੇ। ਨਾ ਸਾਡੇ ਵੱਡੇ ਵਡੇਰੇ ਕੰਮ ਮੁਕਾ ਕੇ ਗਏ ਨੇ, ਤੇ ਨਾ ਸਾਥੋਂ ਮੁੱਕਣੇ ਆ। ਇੱਕ ਦਿਨ ਇਹ ਸਰੀਰ ਛੱਡ ਜਾਣਾ, ਪਰ ਨਾਲ ਕੀ ਜਾਣਾ, ਹੁਣ ਗਾਂ ਦੀ ਗੱਲ ਸੁਣ ਲਓ। ਮਹਾਰਾਜ ਕਹਿੰਦੇ ਨਾਲ ਤੇਰੇ ਜਾਣਾ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕੱਲੇ ਸੁਣਨ ਨਾਲ ਗੱਲ ਨਹੀਂ ਮੁੱਕਣੀ, ਕੱਲੇ ਮੱਥੇ ਟੇਕਣ ਨਾਲ ਗੱਲ ਨਹੀਂ ਮੁੱਕਣੀ। ਜੋ ਤੈਂ ਕੀਤਾ ਹੈ ਜ਼ਿੰਦਗੀ ਦੇ ਵਿੱਚ, ਜੋ ਤੈਂ ਕਮਾਇਆ ਜ਼ਿੰਦਗੀ ਦੇ ਵਿੱਚ, ਪੁੰਨ ਪਾਪ ਨੀ ਜਿੰਦੜੀਏ ਤੇਰੇ, ਤਕੜੀ ਚ ਤੋਲੇ ਜਾਣਗੇ। ਪੁੰਨ ਪਾਪ ਨੀ ਜਿੰਦੜੀਏ ਉੱਥੇ ਕਰਮਾਂ ਦਾ ਹਿਸਾਬ ਹੁੰਦਾ ਹੈ, ਤੇ ਜਦੋਂ ਫਿਰ ਮਾੜੇ ਕਰਮ ਅੱਗੇ ਆ ਜਾਂਦੇ ਨੇ ਨਾ ਜੀ, ਫਿਰ ਭੁਗਤਣੇ ਪੈਂਦੇ ਆ। ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਚੋਟਾ ਖਾਹੇਗਾ। ਇਹ ਸਾਰੇ ਫਰਮਾਨ ਨੇ ਜਿਹੜੇ ਮਹਾਰਾਜ ਦੇ, ਇਹ ਐਵੇਂ ਨਹੀਂ ਲਿਖੇ ਹੋਏ ਸੱਚੇ ਪਾਤਸ਼ਾਹ। ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਐਵੇਂ ਨਹੀਂ ਲਿਖਿਆ ਹੋਇਆ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਧਾਣੀਆਂ ਤਿਉ ਮੱਥੈ ਧਰਮ ਰਾਏ, ਐਵੇਂ ਨਹੀਂ ਲਿਖਿਆ ਹੋਇਆ। ਮਾੜੇ ਕਰਮਾਂ ਦਾ ਫਲ ਭੁਗਤਣਾ ਪੈਣਾ ਫਿਰ ਇੱਕ ਦਿਨ। ਹੁਣ ਉਹ ਸੇਠ ਮਹਿੰਗਾ ਮਲ ਸੀ ਨਾ ਜਿਹੜਾ, ਉਹਨੂੰ ਕਿਸੇ ਹੋਰ ਵਸਤੂ ਦੀ ਕਮੀ ਨਹੀਂ ਸੀ, ਪਰ ਜੇ ਇੱਕ ਕਮੀ ਆ ਗਈ ਤੇ ਕੋਈ ਕਰਮ ਐਸਾ ਮੋਹਰੇ ਆ ਗਿਆ ਜੀ, ਉਹਦਾ ਸਰੀਰ ਕਿਸੇ ਅਸਾਧ ਰੋਗ ਦੇ ਅਧੀਨ ਆ ਗਿਆ, ਸਰੀਰ ਰੋਗੀ ਹੋ ਗਿਆ। ਬੜਾ ਇਲਾਜ ਕਰਾਇਆ, ਬੜੇ ਯਤਨ ਕੀਤੇ ਸਰੀਰ ਨੂੰ ਤੰਦਰੁਸਤ ਕਰਨ ਦੇ, ਕਿਸੇ ਵੈਦ ਹਕੀਮ ਦੇ ਕੋਲੋਂ ਆਰਾਮ ਨਾ ਆਵੇ। ਬੜੇ ਥਾਵੀਂ ਨੱਕ ਰਗੜਿਆ, ਬੜੇ ਥਾਵੀਂ ਗਿਆ, ਪਰ ਉਹਨੂੰ ਆਰਾਮ ਕੋਈ ਨਾ ਆਇਆ। ਫਿਰ ਅਖੀਰ ਉਹਨੂੰ ਨਾ ਇੱਕ ਦਿਨ ਕਿਸੇ ਨੇ ਦੱਸਿਆ, ਕਹਿੰਦੇ ਵੀ ਇੱਥੇ ਲਾਹੌਰ ਦੇ ਵਿੱਚ ਨਾ ਇੱਕ ਮਾਤਾ ਜੀ ਨੇ, ਬੀਬੀ ਜੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸੇਵਕ ਨੇ ਉਹ। ਕਿਉਂ, ਆਪ ਜੀ ਨੂੰ ਪਤਾ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ
ਜਿੱਥੇ ਮੰਜੀਆਂ ਥਾਪੀਆਂ ਉੱਥੇ ਬੀਬੀਆਂ ਨੂੰ ਵੀ ਪ੍ਰਚਾਰਕ ਥਾਪਿਆ ਸੀ, ਪੀੜੇ ਥਾਪੇ ਸੀ ਮਹਾਰਾਜ ਸੱਚੇ ਪਾਤਸ਼ਾਹ। ਇੱਥੇ ਮੈਂ ਇੱਕ ਹੋਰ ਬੇਨਤੀ ਕਰਦਿਆਂ ਵੀ ਮਹਾਰਾਜ ਪ੍ਰਚਾਰਕ ਬਣਾ ਕੇ ਉਹਨੂੰ ਤੋਰਦੇ ਸੀ ਜਿਹੜੇ ਨਾਮ ਜਪ ਕੇ ਮਹਾਰਾਜ ਦਾ ਰੂਪ ਬਣ ਚੁੱਕੇ ਹੁੰਦੇ ਸੀ। ਐਵੇਂ ਨਹੀਂ ਸੀ ਹਰੇਕ ਨੂੰ ਪ੍ਰਚਾਰਕ ਬਣਾ ਦਿੰਦੇ ਮਹਾਰਾਜ, ਬਈ ਮੰਜੀ ਬਖਸ਼ ਦਿੱਤੀ, ਪੀੜਾ ਬਖਸ਼ ਦਿੱਤਾ, ਐਵੇਂ ਨਹੀਂ ਸੀ ਬਖਸ਼ ਦਿੰਦੇ। ਇਹ ਰਹਿਮਤਾਂ, ਇਹ ਬਖਸ਼ਿਸ਼ਾਂ ਹਰੇਕ ਤੇ ਨਹੀਂ ਸੀ ਹੁੰਦੀਆਂ, ਉਹਨੂੰ ਹੀ ਥਾਪਦੇ ਸੀ ਜਿਹੜਾ ਉਹਦੇ ਲਾਇਕ ਹੁੰਦਾ ਸੀ, ਉਹਦੇ ਯੋਗ ਹੁੰਦਾ ਸੀ। ਤੇ ਫਿਰ ਉਹਨਾਂ ਦਾ ਸਤਿਕਾਰ ਸਿੱਖ ਪੰਥ ਦੇ ਅੰਦਰ ਇੰਨਾ ਸੀ ਵੀ ਗੁਰੂ ਸਾਹਿਬਾਂ ਦੇ ਸਮਾਨ ਹੀ ਉਹਨਾਂ ਨੂੰ ਪੂਜਿਆ ਜਾਂਦਾ ਸੀ, ਸਤਿਕਾਰ ਕੀਤਾ ਜਾਂਦਾ ਸੀ। ਅੱਜ ਤੇ ਸਾਧ ਸੰਗਤ ਜੀ ਜੇ ਕਿਸੇ ਸਾਧੂ ਸੰਤ ਮਹਾਤਮਾ ਨੂੰ ਕੋਈ ਮੱਥਾ ਵੀ ਟੇਕਦਾ ਹੈ ਤੇ ਆਪਾਂ ਨੂੰ ਬੜਾ ਚੁੱਭਦਾ ਹੈ, ਕਹਿੰਦੇ ਬਾਬਿਆਂ ਨੂੰ ਮੱਥੇ ਕਿਉਂ ਟੇਕਦੇ ਆ। ਸੁਖਮਨੀ ਸਾਹਿਬ ਪੜ੍ਹੀ ਵੀ ਜਾਂਦੇ ਆ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ, ਸਪਸ਼ਟ ਲਿਖਿਆ ਹੋਇਆ ਹੈ। ਤੇ ਫਿਰ ਆਪਾਂ ਨੂੰ ਅੜਿੱਕਾ ਫਿਰ ਪਤਾ ਨਹੀਂ ਕਾਹਦਾ ਵੀ ਬਾਬਿਆਂ ਨੂੰ ਦੁਨੀਆ ਕਿਉਂ ਮੱਥੇ ਟੇਕਦੀ ਹੈ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਸਤਿਪੁਰਸ਼ਾਂ ਦੀ ਪੂਜਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਜ਼ਰੂਰ ਹੋਏਗੀ, ਕਿਉਂਕਿ ਉਹਨਾਂ ਨੇ ਪਰਮੇਸ਼ਰ ਨੂੰ ਪੂਜਿਆ। ਤੋ ਖੈਰ ਉਹ ਮਾਤਾ ਜੀ ਉਹਨਾਂ ਦੇ ਬਾਬਤ ਜਦੋਂ ਉਹਨੂੰ ਦੱਸ ਪਈ ਤੇ ਇਹ ਸੇਠ ਮਹਿੰਗਾ ਮਲਨਾ ਜੀ ਦਰਸ਼ਨ ਕਰਨ ਗਿਆ। ਦਰਸ਼ਨ ਕਰਨ ਗਿਆ, ਤਰਲਾ ਕੀਤਾ, ਬੇਨਤੀ ਕੀਤੀ, ਮਾਤਾ ਜੀ ਮੈਂ ਬੜਾ ਦੁਖੀ ਆ, ਠੀਕ ਹੈ ਕੋਈ ਨਾ ਕੋਈ ਐਸਾ ਕਰਮ ਮੇਰੇ ਕੋਲੋਂ ਪਿਛਲੇ ਸਮੇਂ ਦੌਰਾਨ ਹੋ ਗਿਆ ਹੋਣਾ ਜਿਹਦਾ ਫਲ ਮੈਨੂੰ ਭੁਗਤਣਾ ਪੈ ਰਿਹਾ, ਪਰ ਹੁਣ ਕਿਰਪਾ ਕਰੋ ਮੈਂ ਦੁਖੀ ਬਣਾ, ਕਿਸੇ ਤਰ੍ਹਾਂ ਮੇਰਾ ਦੁੱਖ ਕੱਟ ਦਿਓ। ਮਾਤਾ ਜੀ ਨੇ ਬੜੇ ਪਿਆਰ ਦੇ ਨਾਲ ਸੇਠ ਮਹਿੰਗਾ ਮਲ ਦੀ ਬੇਨਤੀ ਸੁਣੀ ਤੇ ਬੀਬੀ ਜੀ ਕਹਿਣ ਲੱਗੇ, ਕਹਿੰਦੇ ਸੇਠ ਜੀ ਜੇ ਆਰਾਮ ਚਾਹੀਦਾ ਤੇ ਜਨਮਾਂ ਜਨਮਾਂਤਰਾਂ ਦੇ ਦੁੱਖ ਕੱਟਣੇ ਆ ਤੇ ਫਿਰ ਗੋਇੰਦਵਾਲ ਸਾਹਿਬ ਚਲਿਆ ਜਾ। ਗੋਇੰਦਵਾਲ ਸਾਹਿਬ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰ, ਮਹਾਰਾਜ ਤੇਰੇ ਤੇ ਤਰਸ ਕਰਨਗੇ, ਜਾ ਚਲਿਆ ਜਾ ਉੱਥੇ। ਪਰ ਇੱਕ ਗੱਲ ਚੇਤੇ ਰੱਖੀ, ਉੱਥੇ ਜਾਣਾ ਸੇਠ ਬਣ ਕੇ ਨਾ ਜਾਈ, ਗਰੀਬ ਬਣ ਕੇ ਜਾਈ, ਛੋਟਾ ਬਣ ਕੇ ਜਾਈ। ਉੱਥੇ ਨਾ ਕਹਿੰਦਾ ਫਿਰੀ ਮੈਂ ਸੇਠ ਹਾਂ, ਤੇਰੇ ਵਰਗੇ ਉੱਥੇ ਪਤਾ ਨਹੀਂ ਕਿੰਨੇ ਤੁਰੇ ਫਿਰਦੇ ਨੇ। ਆਖੋ ਸਤਿਨਾਮ। ਇਹ ਮੇਰੇ ਸਤਿਗੁਰੂ ਦੇ ਦਰ ਦੀ ਵਡਿਆਈ ਹੈ। ਸਤਿਗੁਰੂ ਦੇ ਦਰ ਤੇ ਤੇਰੇ ਦਰ ਤੇ ਝਾੜੂ ਦੇਵਣ, ਮਾਲਕ ਮੁਲਕ ਜਗੀਰਾਂ ਦੇ, ਤੇਰੇ ਦਰ ਤੇ ਝਾੜੂ ਦੇਵਣ, ਮਾਲਕ ਮੁਲਕ ਜਗੀਰਾਂ ਦੇ, ਤੇਰੇ ਦਰ ਤੇ ਝਾੜੂ ਦੇਵਣ, ਮਾਲਕ ਮੁਲਕ ਜਗੀਰਾਂ ਦੇ, ਤੇਰੇ ਦਰ ਤੇ ਝਾੜੂ ਦੇਵਣ, ਮਾਲਕ ਮੁਲਕ ਜਗੀਰਾਂ ਦੇ, ਤੇਰੇ ਦਰ ਤੇ ਝਾੜੂ ਦੇਵਣ, ਮਾਲਕ ਮੁਲਕ ਜਗੀਰਾਂ ਦੇ, ਮੁਲਕ ਜਗੀਰਾਂ ਦੇ, ਤੇਰੇ ਦਰ ਤੇ ਝਾੜੂ ਦੇਵਣ। ਉਸ ਦਰਬਾਰ ਵਿੱਚ ਜਾ ਕੇ ਨਾ ਲੰਗਰ ਦੇ ਵਿੱਚੋਂ ਜਦੋਂ ਪ੍ਰਸ਼ਾਦਾ ਛਕੇਗਾ, ਉਸ ਪ੍ਰਸ਼ਾਦੇ ਨੂੰ ਛਕ ਕੇ ਤੂੰ ਇੱਕ ਗੱਲ ਜ਼ਰੂਰ ਮਹਿਸੂਸ ਕਰੇਂਗਾ, ਬਾਦਸ਼ਾਹਾਂ ਦੇ ਹਲਵਿਆਂ ਨਾਲੋਂ ਟੁਕੜੇ ਭਲੇ ਫਕੀਰਾਂ ਦੇ, 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 ਬਾਦਸ਼ਾਹਾਂ ਦੇ ਹਲਵਿਆਂ, ਟੁਕੜੇ ਭਲੇ ਫਕੀਰਾਂ
ਦੇ ਹਲਵਿਆਂ ਨਾਲੋਂ ਟੁਕੜੇ ਭਲੇ ਫਕੀਰਾਂ ਦੇ, ਤੇਰੇ ਦਰ ਤੇ ਝਾੜੂ ਦੇਵਣ ਮਾਲਕ ਮੁਲਕ ਜਗੀਰਾਂ ਦਾ। ਕਹਿੰਦੇ ਜੀ ਮਾਤਾ ਜੀ ਨੇ, ਬੀਬੀ ਜੀ ਨੇ ਉਹਦਾ ਦ੍ਰਿੜ ਇਰਾਦਾ ਬਣਾ ਦਿੱਤਾ। ਇਹ ਸੇਠ ਮਹਿੰਗਾ ਮੱਲ ਪ੍ਰੇਰਨਾ ਦਿੱਤੀ ਹੋਈ ਮਹਾਂਪੁਰਖਾਂ ਦੀ, ਸਤਿਪੁਰਸ਼ਾਂ ਦੀ, ਕਿਉਂ ਜਿਹੜਾ ਜੁੜਿਆ ਹੋਵੇ ਉਹੀ ਜੋੜ ਸਕਦਾ ਹੈ। ਦੀਵੇ ਇਕੱਠੇ ਕਰ ਲੋ, 1000 ਦੀਵਾ ਇਕੱਠਾ ਕਰ ਲੋ, ਬੁਝਿਆ ਹੋਇਆ 1000 ਦੀਵਾ ਇੱਕ ਨੂੰ ਨਹੀਂ ਜਗਾ ਸਕਦਾ। ਜਗਦਾ ਇੱਕ ਹੋਵੇ ਭਾਵੇਂ ਲੱਖਾਂ ਹੀ ਜਗਾ ਲਓ ਉਹਦੇ ਤੋਂ। ਸਤਿਪੁਰਸ਼ਾਂ ਦੀ, ਸਾਧੂਆਂ ਦੀ ਸੰਗਤ ਕਿਉਂ ਕਰਨੀ ਪੈਂਦੀ ਹੈ? ਮਹਾਂਪੁਰਸ਼ਾਂ ਦੇ ਜੋੜਿਆਂ ਸੁਰਤ ਜੁੜ ਜਾਂਦੀ ਹੈ, ਕਿਉਂਕਿ ਇਹਨਾਂ ਦੀ ਆਪਣੀ ਸੁਰਤ ਜੁੜੀ ਹੁੰਦੀ ਹੈ। ਸਾਧੂਆਂ ਦੀ ਸੁਰਤ ਦੇ ਵਿੱਚ ਆਪਦੇ ਨਾਮ ਚੱਲਦਾ ਹੁੰਦਾ, ਇਸ ਕਰਕੇ ਮਹਾਂਪੁਰਖਾਂ ਦੇ ਆਸ਼ੀਰਵਾਦ ਦੇ ਨਾਲ, ਸਾਧੂਆਂ ਦੇ ਆਸ਼ੀਰਵਾਦ ਦੇ ਨਾਲ ਜਗਿਆਸੂ ਦਾ ਵੀ ਸਿਮਰਨ ਚੱਲ ਪੈਂਦਾ। ਤੇ ਹੁਣ ਗੁਰਮਖੋ ਕਹਿੰਦੇ ਜੀ ਸੇਠ ਮਹਿੰਗਾ ਮੱਲ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਗਿਆ। ਹਜ਼ੂਰ ਮਹਾਰਾਜ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਦੇ ਦਰਸ਼ਨ ਕੀਤੇ। ਜਦੋਂ ਦਰਸ਼ਨ ਕੀਤੇ ਜੀ, ਮਹਾਰਾਜ ਦੇ ਬਚਨ ਸੁਣੇ, ਉਹ ਪਿਆਰ ਅਨੁਭਵ ਕੀਤਾ, ਤੇ ਹੁਣ ਨਾਲ ਸੰਗਤ ਵਿੱਚ ਬੈਠਾ ਤੇ ਅੰਦਰ ਸੋਚਦਾ ਮਨਾ, ਐਡੇ ਵੱਡੇ ਦਾਤੇ ਦੇ ਘਰ ਆ ਕੇ ਜੇ ਆਪ ਦਾ ਸਰੀਰ ਦਾ ਸੁੱਖ ਹੀ ਮੰਗਿਆ ਤੇ ਫਿਰ ਕੀ ਮੰਗਿਆ? ਇਹ ਸਰੀਰ ਤਾਂ ਨਾਸ਼ਵਾਨ ਹੈ, ਸਰੀਰ ਤੇ ਰਹਿਣਾ ਹੀ ਨਹੀਂ। ਜੇ ਅੱਜ ਮੰਗਣਾ ਹੈ ਨਾ ਐਡੇ ਵੱਡੇ ਦਾਤੇ ਦੇ ਦਰ ਤੇ ਆ ਕੇ, ਤੇ ਉਹ ਵਸਤੂ ਮੰਗ ਜਿਹੜੀ ਲੋਕ ਪਰਲੋਕ ਦੇ ਵਿੱਚ ਤੇਰੇ ਨਾਲ ਜਾਵੇ, ਉਹ ਵਸਤੂ ਮੰਗ। ਵੇਖੋ ਮੰਗਦੇ ਆਪਾਂ ਵੀ ਆ, ਥੋੜ ਚਿਰੇ ਸੁੱਖ ਮੰਗਦੇ ਆ। ਮਾਇਆ ਦਾ ਸੁੱਖ ਥੋੜ ਚਿਰਾ ਸੁੱਖ ਹੈ, ਹੋਰ ਬਾਕੀ ਜਿੰਨੇ ਦੁਨਿਆਵੀ ਸੁੱਖ ਮਾਰਨ ਤੇ ਗੱਲ ਹੀ ਮੁਕਾਤੀ। ਮਾਰ ਕਹਿੰਦੇ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਤੇਰੇ ਨਾਮ ਤੋਂ ਬਿਨਾ ਜੋ ਵੀ ਕੁਝ ਮੰਗਣਾ ਹੈ ਉਹ ਦੁੱਖ ਰੂਪ ਹੀ ਹੈ। ਜੇ ਐਡੇ ਵੱਡੇ ਦਾਤੇ ਦੇ ਦਰ ਆਇਆ ਹੈ ਮਨਾ, ਤਾਂ ਫਿਰ ਦਾਤ ਉਹ ਮੰਗ ਜਿਹੜੀ ਲੋਕ ਪਰਲੋਕ ਦੇ ਵਿੱਚ ਤੇਰੇ ਨਾਲ ਨਿਭੇ। ਹੁਣ ਜਦੋਂ ਸਮਾਂ ਆਇਆ ਨਾ ਜੀ ਇਹਦੇ ਨਮਸਕਾਰ ਕਰਨ ਦਾ, ਹਜ਼ੂਰ ਮਹਾਰਾਜ ਕਹਿੰਦੇ ਦੱਸ ਤੈਨੂੰ ਕੀ ਚਾਹੀਦਾ? ਮਹਾਰਾਜ ਮਿਹਰ ਕਰੋ, ਆਇਆ ਤਾਂ ਕੁਝ ਹੋਰ ਫੁਰਨਾ ਲੈ ਕੇ ਸਾਂ, ਪਰ ਹੁਣ ਤੁਹਾਡੀ ਕਿਰਪਾ ਨਾਲ ਨਾ ਇੱਕ ਇੱਛਾ ਮੇਰੇ ਅੰਦਰ ਜਾਗੀ। ਤੁਸੀਂ ਕਿਰਪਾ ਕੀਤੀ, ਤਰਸ ਕੀਤਾ ਜੀ। ਮੈਨੂੰ ਆਪਣਾ ਬਣਾ ਲਓ ਸੱਚੇ ਪਾਤਸ਼ਾਹ, ਆਪਣਾ ਬਣਾ ਲਓ ਸੱਚੇ ਪਾਤਸ਼ਾਹ। ਆਪਣਾ ਬਣਾ ਲਓ ਸੱਚੇ ਪਾਤਸ਼ਾਹ, ਮੈਨੂੰ ਆਪਣਾ ਬਣਾ ਲਓ ਸੱਚੇ ਪਾਤਸ਼ਾਹ। ਮੈਨੂੰ ਆਪਣਾ ਬਣਾ ਲਓ ਸੱਚੇ ਪਾਤਸ਼ਾਹ। ਹੱਥ ਜੋੜ ਕਰਾਂ ਬੇਨਤੀ, 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 ਹੱਥ ਜੋੜ ਕਰਾਂ ਬੇਨਤੀ। ਆਪਣਾ ਬਣਾ ਲਓ ਸੱਚੇ ਪਾਤਸ਼ਾਹ ਜੀ, ਆਪਣਾ ਬਣਾ ਲਓ ਸੱਚੇ ਪਾਤਸ਼ਾਹ। ਮੈਨੂੰ ਆਪਣਾ ਬਣਾ ਲਓ ਸੱਚੇ ਪਾਤਸ਼ਾਹ, ਮੈਨੂੰ ਆਪਣਾ ਬਣਾ ਲਓ ਸੱਚੇ ਪਾਤਸ਼ਾਹ। ਮੈਨੂੰ ਆਪਣਾ ਬਣਾ ਲਓ ਸੱਚੇ ਪਾਤਸ਼ਾਹ, ਮੈਨੂੰ ਆਪਣਾ ਬਣਾ ਲਓ
ਪਾਤਸ਼ਾਹ। ਮਹਾਰਾਜ ਕਹਿੰਦੇ ਦੱਸ ਕੀ ਇੱਛਾ ਹੈ? ਕਹਿੰਦਾ ਮਹਾਰਾਜ ਜੀ ਮੈਨੂੰ ਸਿੱਖੀ ਦਾਨ ਬਖਸ਼ੋ, ਕਿਰਪਾ ਕਰੋ, ਸਿੱਖੀ ਦੀ ਦਾਤ ਝੋਲੀ ਪਾ ਦਿਓ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਕੀ ਨਾਮ ਹੈ ਤੇਰਾ? ਕਹਿੰਦਾ ਜੀ ਮੇਰਾ ਨਾਮ ਹੈ ਮਹਿੰਗਾ ਮੱਲ। ਮਹਾਰਾਜ ਕਹਿੰਦੇ ਮਹਿੰਗਾ ਮੱਲ, ਸਿੱਖੀ ਬੜੀ ਮਹਿੰਗੀ ਮਿਲਦੀ ਹੈ, ਸਿੱਖੀ ਵੀ ਸਸਤੀ ਨਹੀਂ ਮਿਲਦੀ, ਸਿੱਖੀ ਵੀ ਬੜੀ ਮਹਿੰਗੀ ਮਿਲਦੀ ਹੈ। ਕਹਿੰਦਾ ਮਹਾਰਾਜ ਮੈਂ ਪਹਿਲੀ ਵੇਰਾ ਤੁਹਾਡੇ ਦਰਬਾਰ ਵਿੱਚ ਆਇਆ ਹੈ, ਪਹਿਲੀ ਵੇਰਾ ਦਰਸ਼ਨ ਤੁਸਾਂ ਦਿੱਤੇ ਹੈ ਤੇ ਤੁਸਾਂ ਆਪ ਹੀ ਇਹ ਫੁਰਨਾ ਅੰਦਰ ਪਾਇਆ ਤੇ ਹੁਣ ਜਿਵੇਂ ਦਾ ਬਣਦਾ ਹੈ ਬਸ ਆਪਣਾ ਬਣਾ ਲਓ, ਜਿਵੇਂ ਦਾ ਬਣਦਾ ਹੈ। ਮੈਨੂੰ ਪਤਾ ਹੈ ਮੇਰੇ ਪਿਛਲੇ ਕਰਮ ਕੋਈ ਬਹੁਤੇ ਚੰਗੇ ਨਹੀਂ, ਮਾਇਆ ਦੇ ਵਿੱਚ ਦੁਨਿਆਵੀ ਧੰਦਿਆਂ ਦੇ ਵਿੱਚ ਫਸੇ ਹੋਏ ਨੇ, ਮੈਂ ਪਹਿਲੀ ਜ਼ਿੰਦਗੀ ਬਿਤਾ ਦਿੱਤੀ, ਪਰ ਪਤਾ ਨਹੀਂ ਕਿਉਂ ਤੁਹਾਡੇ ਚਰਨਾਂ ਦੇ ਵਿੱਚ ਆ ਕੇ ਮੈਨੂੰ ਇੰਜ ਮਹਿਸੂਸ ਹੁੰਦਾ ਵੀ ਹੁਣ ਮੈਂ ਠੀਕ ਥਾਂ ਆ ਗਿਆ, ਹੁਣ ਮੈਨੂੰ ਲੱਗਦਾ ਵੀ ਮੇਰੀ ਰਹਿੰਦੀ ਜ਼ਿੰਦਗੀ ਤੁਸੀਂ ਸਫਲ ਕਰ ਦੇਣੀ ਹੈ, ਤਰਸ ਕਰੋ। ਮਹਾਰਾਜ ਕਹਿੰਦੇ ਬਸ ਗੁਰੂ ਨਾਨਕ ਦੇ ਘਰ ਦੀ ਤਾਂ ਮਰਜ਼ਾਦਾ ਇਹ ਹੈ, ਇੱਥੇ ਸੇਵਾ ਤੇ ਸਿਮਰਨ ਦੋ ਚੀਜ਼ਾਂ ਨੇ, ਜਿਹੜੇ ਇਹਦਾ ਪੱਲਾ ਫੜ ਲੈਂਦੇ ਨੇ ਭਵਜਲੋਂ ਪਾਰ ਹੋ ਜਾਂਦੇ ਆ। ਮਹਾਰਾਜ ਕਹਿੰਦੇ ਗੱਲੀ ਬਾਤੀ ਨਹੀਂ ਭਲਾ ਹੁੰਦਾ ਕਿਸੇ ਦਾ। ਆਸਾ ਦੀ ਵਾਰ ਦੇ ਵਿੱਚ ਵਚਨ ਆਉਂਦੇ ਨੇ, ਮਹਾਰਾਜ ਸਾਹਿਬ ਕਹਿੰਦੇ ਸੇਵਕ ਕਿੱਦਾਂ ਦਾ ਬਣਦਾ ਜੀ? ਸੇਵਕ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਹੀਂ ਤੇ ਹਾਲਾਤ ਕੀ ਹੁੰਦੇ? ਚਾਕਰ ਲੱਗੇ ਚਾਕਰੀ ਨਾਲੇ ਗਰ ਬਵਾਦ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ। ਸੇਵਕ ਬਣ ਕੇ ਸੇਵਾ ਕਰੀ, ਤੇਰੇ ਤੇ ਅਧਿਕ ਖੁਸ਼ੀ ਹੋਵੇਗੀ ਪਰਮੇਸ਼ਰ ਦੀ, ਸੇਵਕ ਬਣ ਕੇ ਸੇਵਾ ਕਰੀ, ਨਹੀਂ ਤੇ ਐਵੇਂ ਉਹ ਹਾਲ ਨਾ ਹੋਵੇ ਜੀ। ਗੱਲਾਂ ਵਾਲੀ ਦੁਨੀਆ ਬਹੁਤੀ, ਸੇਵਕ ਕੋਈ ਕੋਈ ਹੈ। 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 ਕੋਈ ਕੋਈ ਹੈ, ਕੋਈ ਕੋਈ ਹੈ, ਕੋਈ ਕੋਈ ਹੈ, ਸੇਵਕ ਕੋਈ ਕੋਈ ਹੈ। 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 ਵਾਲੀ ਦੁਨੀਆ ਬਹੁਤੀ, ਸੇਵਕ ਕੋਈ ਕੋਈ, ਵਾਲੀ ਦੁਨੀਆ ਬਹੁਤੀ, ਸੇਵਕ ਕੋਈ ਕੋਈ ਹੈ। ਗੱਲਾਂ ਵਾਲੀ ਦੁਨੀਆ ਬਹੁਤੀ, ਸੇਵਕ ਕੋਈ ਕੋਈ ਹੈ। ਗੱਲਾਂ ਵਾਲੀ ਦੁਨੀਆ ਬਹੁਤੀ, ਸੇਵਕ ਕੋਈ ਕੋਈ। ਗੱਲਾਂ ਵਾਲੀ ਦੁਨੀਆ ਬਹੁਤੀ, ਸੇਵਕ ਕੋਈ ਕੋਈ ਹੈ। ਗੱਲਾਂ ਵਾਲੀ ਦੁਨੀਆ ਬਹੁਤੀ, ਸੇਵਕ ਕੋਈ ਕੋਈ ਹੈ। ਮਹਾਰਾਜ ਕਹਿੰਦੇ ਸੇਵਕ ਬਣ ਕੇ ਸੇਵਾ ਕਰੀ, ਤੇ ਸੇਵਕ ਬਣਦਾ ਮਰ ਕੇ। ਸੇਵਕ ਦੀ ਡੈਫੀਨੇਸ਼ਨ ਵੇਖੋ ਭਾਈ ਗੁਰਦਾਸ ਸਾਹਿਬ ਜੀਆਂ ਨੇ, ਮਹਾਰਾਜ ਦੇ ਪਿਆਰੇ ਭਾਈ ਗੁਰਦਾਸ ਜੀ ਕਹਿੰਦੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਮੁਰਦੇ ਦੇ ਨਾਲ ਬਰਾਬਰਤਾ ਦਿੱਤੀ ਹੈ, ਕਹਿੰਦੇ ਮੁਰਦਾ ਬਣ ਕੇ ਫਿਰ ਮੁਰੀਦ ਬਣੀਦਾ। ਮੁਰਦੇ ਵਿੱਚ ਕਿਹੜਾ ਐਸਾ ਗੁਣ ਹੈ ਜਿਹੜਾ ਧਾਰਨ ਕਰਨਾ ਚਾਹੀਦਾ ਸੇਵਕ ਨੂੰ, ਮੁਰੀਦ ਨੂੰ? ਕਹਿੰਦੇ ਜੀ ਮੁਰਦੇ ਦੇ ਵਿੱਚ ਸਭ ਤੋਂ ਪਹਿਲਾ ਗੁਣ ਇਹ ਹੈ ਕਿ ਉਹਦੀ ਇੱਛਾ ਨਹੀਂ ਕੋਈ ਵੀ, ਉਹਦੀ ਮੰਗ ਨਹੀਂ ਕੋਈ ਵੀ। ਸੁਣਿਓ ਜਰਾ ਮੁਰਦੇ ਵਿੱਚ ਕੀ ਕੀ ਗੁਣ ਹੁੰਦੇ ਆ। ਮੁਰਦੇ ਦਾ ਸਭ ਤੋਂ ਪਹਿਲਾ ਗੁਣ ਇਹ ਹੈ ਵੀ ਉਹਦੀ ਇੱਛਾ ਕੋਈ ਨਹੀਂ। ਮੁਰਦੇ ਦਾ ਦੂਜਾ ਵੱਡਾ ਗੁਣ ਇਹ ਹੈ ਉਹਦੇ ਕੋਲ ਬੈਠਾ ਚਾਹੇ ਕੋਈ ਉਹਦੀਆਂ ਸਿਫਤਾਂ ਕਰੀ ਜਾਵੇ ਉਹਨੂੰ ਤਾਂ ਫਰਕ ਨਹੀਂ ਪੈਂਦਾ, ਕੋਈ ਉਹਦੀ ਨਿੰਦਿਆ ਕਰੀ ਜਾਵੇ ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਸੇਵਕ ਦੇ ਵਿੱਚ ਗੁਣ ਹੋਣੇ ਚਾਹੀਦੇ ਆ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ।
ਮਾਲਕ ਦੇ ਵਿੱਚ ਅਭੇਦ ਹੋਣਾ ਹੈ ਤਾਂ ਨਿਸ਼ਕਾਮ ਹੋ ਕੇ ਭਗਤੀ ਕਰ, ਨਿਸ਼ਕਾਮ ਹੋ ਕੇ ਸੇਵਾ ਕਰ, ਮੰਗ ਨਾ ਕੁਝ ਵੀ। ਆਪਣੀ ਨਿੰਦਿਆ ਤੇ ਆਪਣੀ ਵਡਿਆਈ ਦੋਨਾਂ ਦਾ ਹੀ ਨਾ ਅਸਰ ਹੋਣ ਦੇ ਆਪਣੇ ਆਪ ਤੇ। ਤੈਨੂੰ ਕੋਈ ਮਾੜਾ ਕਹੀ ਜਾਂਦਾ, ਕਹੀ ਜਾਣ ਦੇ, ਤੇਰਾ ਕੀ ਵਿਗੜਦਾ? ਤੇਰੀ ਕੋਈ ਸੋਭਾ ਕਰਦਾ ਤਦ ਵੀ ਆਪਣੇ ਸਤਿਗੁਰੂ ਨੂੰ ਸਮਰਪਿਤ ਹੋ ਕੇ ਰਹਿ, ਦਾਤਾ ਮੇਰੀ ਕਾਹਦੀ ਵਡਿਆਈ ਹੈ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਇੱਕ ਗੱਲ ਚੇਤੇ ਰੱਖਿਓ, ਕਾਗਜ਼ ਦੇ ਉੱਤੇ ਕਲਮ ਦੇ ਨਾਲ ਸਿਫਰ ਪਾ ਲਓ, ਉਹਦਾ ਕੋਈ ਮੁੱਲ ਨਹੀਂ। ਇੱਕ ਸਿਫਰ ਹੋਰ ਨਾਲ ਪਾ ਦਿਓ, ਕੋਈ ਮੁੱਲ ਨਹੀਂ। 10 ਸਿਫਰਾਂ ਪਾ ਦਿਓ, ਕੋਈ ਮੁੱਲ ਨਹੀਂ। ਮੁੱਲ ਕਿੱਦਣ ਪੈਣਾ? ਜਿੱਦਣ ਮੂਹਰੇ ਏਕਾ ਲੱਗ ਜਾਣਾ। ਜਦ ਮੂਹਰੇ ਏਕਾ ਲੱਗ ਗਿਆ ਨਾ ਜੀ, ਫੇਰ ਸਿਫਰਾਂ ਦਾ ਮੁੱਲ ਪੈਣਾ। ਤੇਰੇ ਵਿੱਚ ਜਿੰਨੇ ਮਰਜ਼ੀ ਗੁਣ ਹੋਣ, ਜਿੰਨਾ ਚਿਰ ਗੁਰੂ ਦੀ ਕਿਰਪਾ ਦਾ ਏਕਾ ਨਹੀਂ ਲੱਗਦਾ, ਤੇਰਾ ਕਾਣੀ ਕੌਡੀ ਮੁੱਲ ਨਹੀਂ ਪੈਣਾ। ਯਾਦ ਰੱਖੀ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਦੀ ਕਿਰਪਾ ਦਾ ਏਕਾ ਲੱਗਣਾ ਜ਼ਰੂਰੀ ਹੈ, ਗੁਰੂ ਦੀ ਬਖਸ਼ਿਸ਼ ਦਾ ਏਕਾ ਲੱਗਣਾ ਨਾਲ ਜ਼ਰੂਰੀ ਹੈ, ਆਪਣੇ ਆਪ ਨਹੀਂ। ਹੁਣ ਮਹਾਰਾਜ ਦੇ ਦਰਬਾਰ ਦੇ ਵਿੱਚ ਮਹਿੰਗਾ ਮੱਲ ਸੇਵਕ ਬਣ ਕੇ ਸੇਵਾ ਕਰਨ ਲੱਗ ਪਿਆ। ਭੁੱਲ ਗਿਆ ਵੀ ਮੈਂ ਸੇਠ ਸਾਂ, ਮੈਂ ਅਮੀਰ ਘਰਾਣੇ ਵਿੱਚੋਂ ਆਇਆ। ਨਹੀਂ, ਆਪਣੇ ਸਰੀਰ ਦਾ ਦੁੱਖ ਵੀ ਭੁੱਲ ਗਿਆ। ਤੇ ਮਹਾਰਾਜ ਨੇ ਐਸਾ ਇਹਨੂੰ ਰੰਗ ਚੜਾਇਆ ਜੀ, ਬਸ ਦਿਨ ਰਾਤ ਸੇਵਾ ਦੇ ਵਿੱਚ ਹੀ ਲੱਗਾ ਰਵੇ। ਲੰਗਰ ਦੀ ਸੇਵਾ ਦੇ ਵਿੱਚ ਜੁੜਿਆ ਹੋਇਆ ਸੀ ਇਹ। ਅੱਜ ਹੋਰ ਕੱਲ ਹੋਰ ਸਮਾਂ ਬੀਤਦਾ ਗਿਆ। ਹੁਣ ਲੰਗਰ ਦੇ ਮੋਹਰੀ ਸੇਵਾਦਾਰਾਂ ਦੇ ਵਿੱਚੋਂ ਹੈ ਮਹਿੰਗਾ ਮੱਲ, ਮੋਹਰੀ ਸੇਵਾਦਾਰਾਂ ਵਿੱਚੋਂ। ਤੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਦਾ ਹੁਕਮ ਸੀ, ਜਦੋਂ ਰਾਤ ਦਾ ਪ੍ਰਸ਼ਾਦਾ ਸਾਰੇ ਹੀ ਛਕ ਹਟਣ ਤੇ ਜਿੰਨਾ ਭੋਜਨ ਬਚਿਆ ਹੁੰਦਾ ਸੀ, ਚਾਹੇ ਦਾਲਾਂ ਹੈ ਚਾਹੇ ਫੁਲਕੇ ਨੇ, ਮਹਾਰਾਜ ਕਹਿੰਦੇ ਸੀ ਕੱਲ ਵਾਸਤੇ ਨਹੀਂ ਸਾਂਭ ਕੇ ਰੱਖਣਾ। ਜਿੰਨਾ ਭੋਜਨ ਬਚਿਆ ਹੁੰਦਾ ਸੀ, ਮਹਾਰਾਜ ਦੇ ਹੁਕਮ ਦੇ ਨਾਲ ਬਿਆਸ ਦਰਿਆ ਦੇ ਵਿੱਚ ਉਹਨੂੰ ਪ੍ਰਵਾਹ ਕਰ ਦਿੱਤਾ ਜਾਂਦਾ ਸੀ ਮਛਲੀਆਂ ਦੇ ਵਾਸਤੇ। ਮਹਾਰਾਜ ਦਾ ਹੁਕਮ ਸੀ ਭਾਂਡੇ ਮਾਂਜ ਕੇ ਮੂੰਦੇ ਮਾਰ ਦੇਣੇ ਨੇ, ਕੱਲ ਨੂੰ ਮਾਲਕ ਫੇਰ ਭੇਜ ਦੇਵੇਗਾ। ਇੰਨਾ ਭਰੋਸਾ ਬਣਾਉਂਦੇ ਸੀ ਮਹਾਰਾਜ ਆਪਣੇ ਸਿੱਖਾਂ ਦਾ। ਮਹਾਰਾਜ ਕਹਿੰਦੇ ਸੀ ਬਚਾ ਕੇ ਨਹੀਂ ਰੱਖਣਾ ਕੁਝ ਵੀ। ਇੱਕ ਦਿਨ ਐਸਾ ਹੋਇਆ, ਸ਼ਾਮ ਦੇ ਵਕਤ, ਰਾਤ ਦੇ ਵਕਤ ਪ੍ਰਸ਼ਾਦੇ ਦਾ ਜਿਸ ਵੇਲੇ ਵਰਤਾਰਾ ਵਰਤ ਗਿਆ ਤੇ ਹੁਣ ਭਾਂਡੇ ਵਿਹਲੇ ਕੀਤੇ ਜਾ ਰਹੇ ਆ। ਥੋੜੀ ਜੀ ਅੱਧਾ ਕੁ ਬਾਲਟਾ ਦਾਲ ਦਾ ਹੈ, ਅੱਧੀ ਕੁ ਟੋਕਰੀ ਪ੍ਰਸ਼ਾਦਿਆਂ ਦੀ ਹੈ। ਸੇਵਾਦਾਰ ਕਹਿੰਦੇ ਮਹਿੰਗਾ ਮੱਲ ਜੀ ਏਦਾਂ ਕਰੋ, ਮਹਾਰਾਜ ਦਾ ਬਚਨ ਤੁਸੀਂ ਅੱਜ ਕਮਾ ਕੇ ਆਓ ਤੇ ਆ ਮਛਲੀਆਂ ਨੂੰ ਤੁਸੀਂ ਪਾ ਕੇ ਆਓ ਭੋਜਨ, ਜਦ ਤੱਕ ਅਸੀਂ ਹੋਰ ਬਰਤਨ ਸਫਾਈ ਕਰ ਲੈਂਦੇ ਹਾਂ। ਚਾਨਣੀ ਰਾਤ ਸੀ ਜੀ। ਮਹਿੰਗਾ ਮੱਲ ਜੀ ਸੀਸ ਦੇ ਉੱਤੇ ਟੋਕਰੀ ਪ੍ਰਸ਼ਾਦਿਆਂ ਦੀ, ਹੱਥ ਵਿੱਚ ਬਾਲਟਾ ਦਾਲ ਦਾ ਫੜਿਆ ਹੋਇਆ, ਤੇ ਸਾਧ ਸੰਗਤ ਜੀ ਬਿਆਸ ਦਰਿਆ ਦੇ ਕੰਢੇ ਕੰਢੇ ਤੁਰੇ ਜਾਂਦੇ ਆ ਮਛਲੀਆਂ ਨੂੰ ਪਾਉਣ ਵਾਸਤੇ, ਤੁਰੇ ਜਾਂਦੇ ਆ। ਇਹਨਾਂ ਨੇ ਨਾ ਜੀ ਦੂਰੋਂ ਵੇਖਿਆ ਵੀ ਕੋਈ 4 ਮਨੁੱਖ ਉਧਰੋਂ ਦਰਿਆ ਪਾਰ ਕਰ ਰਹੇ ਆ। ਸੇਠ ਮਹਿੰਗਾ ਮੱਲ, ਗੁਰੂ ਕਾ ਸਿੱਖ ਮਹਿੰਗਾ ਮੱਲ ਜੀ ਸੋਚਦੇ ਆ ਵੀ ਇਹ ਕੋਈ ਯਾਤਰੂ ਨੇ, ਗੁਰੂ ਦਰਬਾਰ ਵਿੱਚ ਆਉਣਾ ਇਹਨਾਂ ਨੇ, ਤੇ ਇਹ ਇਹਨਾਂ ਨੂੰ ਦੇਰ ਹੋ ਗਈ ਆ। ਹੁਣ ਇਹ ਜਦੋਂ ਗੁਰੂ ਦਰਬਾਰ ਵਿੱਚ ਜਾਣਗੇ, ਭੁੱਖੇ ਹੋਣਗੇ ਇਹ, ਤੇ ਪ੍ਰਸ਼ਾਦਾ ਉੱਥੇ ਵਰਤ ਗਿਆ, ਇਹਨਾਂ ਨੂੰ ਪ੍ਰਸ਼ਾਦਾ ਨਹੀਂ ਮਿਲਣਾ ਤੇ ਸਾਰੀ ਰਾਤ ਵਿਚਾਰੇ ਭੁੱਖੇ ਕੱਟਣਗੇ। ਵੀ ਏਦਾਂ ਕਰਾਂ, ਇਹਨਾਂ ਨੂੰ ਆਵਾਜ਼ ਮਾਰ ਕੇ ਪ੍ਰਸ਼ਾਦਾ ਛਕਾ ਦਿਆਂ, ਫਿਰ ਇਕੱਠੇ ਹੀ ਚੱਲਾਂਗੇ ਮਹਾਰਾਜ ਦੇ ਦਰਬਾਰ ਨੂੰ। ਇਹਨੇ ਆਵਾਜ਼ ਮਾਰੀ, ਮਹਿੰਗਾ ਮੱਲ ਨੇ ਆਵਾਜ਼ ਮਾਰੀ ਤੇ ਉਹ ਚਾਰੇ ਜਣੇ ਚੁਕੰਨੇ ਹੋ ਗਏ ਵੀ ਇੱਥੇ ਸਾਨੂੰ ਕੌਣ ਆਵਾਜ਼ ਮਾਰਦਾ, ਕਿਹਨੇ ਸਾਨੂੰ ਵੇਖ ਲਿਆ। ਅਸਲ ਵਿੱਚ ਉਹ ਚਾਰੇ ਹੀ ਕੋਈ ਯਾਤਰੂ ਨਹੀਂ ਸੀ, ਉਹ ਚੋਰ ਸਨ ਜੀ, ਚੋਰੀ ਕਰਨ ਵਾਸਤੇ ਆਏ ਸੀ। ਉਹ ਚੋਰ ਸਨ, ਉਹ ਚੋਰੀ ਕਰਨ ਆਏ ਸੀ। ਉਹ ਮਹਿੰਗਾ ਮੱਲ ਜੀ ਉਹਨਾਂ ਨੂੰ ਕਹਿ ਰਹੇ ਆ, ਆਓ ਪ੍ਰੇਮੀਓ, ਭੁੱਖ ਲੱਗੀ ਹੋਏਗੀ, ਗੁਰੂ ਦਰਬਾਰ ਨੂੰ ਫੇਰ ਚਲੇ ਜਾਇਓ, ਪਹਿਲਾਂ ਪ੍ਰਸ਼ਾਦਾ ਛਕ ਲਓ ਆ ਕੇ। ਅੱਛਾ ਚੱਲੇ ਇਹ ਵੀ ਗੁਰੂ ਦਰਬਾਰ ਨੂੰ ਹੀ ਸੀ ਜੀ, ਚੋਰੀ ਕਰਨ ਵਾਸਤੇ।
ਚੱਲੇ ਦਰਬਾਰ ਨੂੰ ਸੀ। ਹੁਣ ਇਹ ਹੋਰ ਠਠੰਬਰ ਗਏ ਵੀ ਇਹਨੂੰ ਕਿਵੇਂ ਪਤਾ ਵੀ ਅਸੀਂ ਗੁਰੂ ਦਰਬਾਰ ਨੂੰ ਚੱਲੇ ਆ, ਇਹਨੂੰ ਕਿਵੇਂ ਪਤਾ। ਚਲੋ ਨੇੜੇ ਜਾ ਕੇ ਵੇਖੀਏ ਤਾਂ ਸਹੀ, ਸਾਡਾ ਕੋਈ ਵਾਕਫ ਤਾਂ ਨਹੀਂ ਇਹ। ਜਦੋਂ ਨੇੜੇ ਆ ਕੇ ਵੇਖਦੇ ਆ, ਪਛਾਣਨ ਦੀ ਕੋਸ਼ਿਸ਼ ਕਰਦੇ ਆ, ਪਛਾਣ ਵਿੱਚ ਨਹੀਂ ਆਉਂਦਾ ਬੰਦਾ ਹੈ ਕੌਣ ਇਹ। ਅੱਛਾ ਤੁਸੀਂ ਸੋਚਾਂ ਵਿੱਚ ਨਾ ਪਾਓ, ਬੈਠੋ ਪ੍ਰਸ਼ਾਦਾ ਛਕੋ। ਪ੍ਰਸ਼ਾਦੇ ਦਿੱਤੇ ਜੀ ਤੇ ਇਹਨਾਂ ਨੇ ਨਾ ਜੀ ਬੈਠਿਆਂ ਪ੍ਰਸ਼ਾਦਾ ਛਕ ਲਿਆ। ਹੁਣ ਮਹਿੰਗਾ ਮੱਲ ਜੀ ਰੁਕੇ ਹੋਇਆ ਵੀ ਹੋਰ ਪ੍ਰਸ਼ਾਦੇ ਦੀ ਲੋੜ ਹੋਵੇ, ਦਾਲਾ ਚਾਹੀਦਾ ਹੋਵੇ, ਪੁੱਛ ਕੇ ਜਦੋਂ ਇਹ ਆਨੰਦ ਹੋ ਜਾਣਗੇ ਫੇਰ ਬਚਦਾ ਹੋਇਆ ਪ੍ਰਸ਼ਾਦਾ ਦਰਿਆ ਵਿੱਚ ਪਾਵਾਂ। ਮਹਿੰਗਾ ਮੱਲ ਜੀ ਥੋੜੀ ਜੀ ਦੂਰੀ ਤੇ ਬੈਠੇ ਆ ਤੇ ਇਹ ਆਪਸ ਵਿੱਚ ਹੀ ਕੁਸਰ ਮੁਸਰ ਕਰਦੇ, ਗੱਲਾਂ ਕਰਦੇ ਆ। ਕਹਿੰਦੇ ਬਈ ਇਹਨੇ ਹੁਣ ਸਾਨੂੰ ਚੰਗੀ ਤਰ੍ਹਾਂ ਵੇਖ ਲਿਆ ਤੇ ਜੇ ਅਸੀਂ ਇਹਨੂੰ ਜਿਉਂਦਾ ਛੱਡ ਦਿੱਤਾ ਤੇ ਅਸੀਂ ਚੋਰੀ ਕਰਨੀ ਹੈ ਤੇ ਇਹਨੇ ਸਾਨੂੰ ਪਕੜਾ ਦੇਣਾ, ਆਪਾਂ ਕਸੂਤੇ ਫਸਾਂਗੇ। ਆਪਾਂ ਨਾ ਇਦਾਂ ਕਰਦੇ ਆ, ਇਹਨੂੰ ਮਾਰ ਜਾਂਦੇ ਆ। ਇੱਕ ਦੇ ਮਨ ਵਿੱਚ ਤਰਸ ਆ ਗਿਆ, ਕਹਿੰਦਾ ਗੱਲ ਸੁਣੋ, ਓਏ ਤੁਹਾਨੂੰ ਇੱਕ ਉਹਨੇ ਭੁੱਖਿਆਂ ਨੂੰ ਪ੍ਰਸ਼ਾਦਾ ਛਕਾਇਆ ਤੇ ਇੱਕ ਉਹਨੂੰ ਜਾਨੋਂ ਮਾਰ ਦਿਓ, ਕੋਈ ਹੋਰ ਹੱਲ ਸੋਚੋ, ਹੋਰ ਹੱਲ ਕਰੋ ਕੋਈ। ਕਹਿੰਦੇ ਫਿਰ ਕੀ ਕੀਤਾ ਜਾਵੇ? ਕਹਿੰਦੇ ਇਦਾਂ ਕਰੋ, ਇਹਦੇ ਹੱਥ ਪੈਰ ਬੰਨ੍ਹ ਕੇ ਨਾ ਇਹਨੂੰ ਰੇਤੇ ਵਿੱਚ ਗੱਡ ਦਿੰਦੇ ਆ, ਗਲ ਤਾਂ ਹੀ ਰੇਤੇ ਵਿੱਚ ਗੱਡ ਦਿੰਦੇ ਆ। ਆਪਾਂ ਰਾਤੋਂ ਰਾਤ ਚੋਰੀ ਕਰਕੇ ਨਿਕਲ ਜਾਣਾ ਤੇ ਸਵੇਰ ਨੂੰ ਇਹਨੂੰ ਲੱਭਣ ਵਾਲੇ ਆਉਣਗੇ, ਆਪੇ ਲੱਭ ਕੇ ਕੱਢ ਲੈਣਗੇ। ਆਪਾਂ ਕਿਹੜਾ ਕਿਸੇ ਦੇ ਹੱਥ ਆਉਣਾ ਫਿਰ। ਇਹਨਾਂ ਨੇ ਇਦਾਂ ਹੀ ਕੀਤੀ ਜੀ। ਮਹਿੰਗਾ ਮੱਲ ਨੂੰ ਚੌਹਾਂ ਜਣਿਆਂ ਨੇ ਪਕੜ ਕੇ ਹੱਥ ਪੈਰ ਬੰਨ੍ਹ ਕੇ ਰੇਤੇ ਵਿੱਚ ਗੱਡ ਦਿੱਤਾ ਤੇ ਇਹ ਚਾਰੋਂ ਜਣੇ ਆ ਗਏ ਗੁਰੂ ਦਰਬਾਰ ਨੂੰ। ਹੁਣ ਇੱਧਰ ਲੰਗਰ ਦੇ ਸੇਵਾਦਾਰ ਮਹਿੰਗਾ ਮੱਲ ਨੂੰ ਲੀਕਦੇ ਜਾਗਦੇ ਬੈਠੇ ਸੀ। ਉਹਨਾਂ ਨੇ ਕਿੱਥੇ ਸੌਣਾ ਸੀ ਉਹਨਾਂ ਚਿਰ। ਅੱਧੀ ਰਾਤ ਦਾ ਵਕਤ ਹੋ ਗਿਆ, ਅੱਧੀ ਰਾਤ ਤੋਂ ਉੱਤੇ ਦਾ ਸਮਾਂ ਹੋਣਾ ਸ਼ੁਰੂ ਹੋ ਗਿਆ ਤੇ ਅੱਧੀ ਰਾਤ ਤੋਂ ਉੱਤੇ ਅੰਮ੍ਰਿਤ ਵੇਲਾ। ਕੋਈ 12:30 ਉੱਠਣ ਵਾਲਾ, ਕੋਈ 1 ਵਜੇ ਉੱਠਣ ਵਾਲਾ। ਸੰਗਤ ਹੌਲੀ ਹੌਲੀ ਉੱਠਣਾ ਸ਼ੁਰੂ ਹੋ ਗਈ ਜੀ। ਇਸ਼ਨਾਨ ਕਰਨ ਦਾ ਸਮਾਂ ਹੋ ਗਿਆ। ਸੰਗਤਾਂ ਬੌਲੀ ਸਾਹਿਬ ਵੱਲ ਨੂੰ, ਅੱਛਾ ਹੁਣ ਹੌਲੀ ਹੌਲੀ ਅੰਮ੍ਰਿਤ ਵੇਲੇ ਦਾ ਸਮਾਂ। ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਵਧੇਂਦੀ ਆਰਜਾ, ਦੂਜਾ ਸਾਹਿਬ ਆਵੇ ਚਿੱਤ। ਬੜੀ ਵਡਿਆਈ ਕੀਤੀ ਹੈ ਮਹਾਰਾਜ ਨੇ ਅੰਮ੍ਰਿਤ ਵੇਲੇ ਦੀ। ਹਜ਼ੂਰ ਮਹਾਰਾਜ ਕਹਿੰਦੇ ਪਿਛਲ ਰਾਤ ਨਾ ਜਾਗਿਓ ਜੀਵੰਦੜੋ ਮੋਇਓ, ਜੇ ਤੈਂ ਰੱਬ ਵਿਸਾਰਿਆ ਰੱਬ ਨਾ ਵਿਸਰਿਓ। ਉਹ ਪਿਆਰਿਆ ਤੂੰ ਅੰਮ੍ਰਿਤ ਵੇਲੇ ਨਹੀਂ ਜਾਗਦਾ, ਤੇਰੇ ਜੀਵਨ ਜ਼ਿੰਦਗੀ ਦਾ ਕੀ ਲਾਭ ਹੈ ਜੇ ਤੂੰ ਅੰਮ੍ਰਿਤ ਵੇਲਾ ਹੀ ਨਹੀਂ ਸਾਂਭਦਾ। ਅੰਮ੍ਰਿਤ ਵੇਲੇ ਜਾਗ ਆਉਂਦੀ ਹੈ, ਇਹ ਨਹੀਂ ਆਪਾਂ ਕਹਿ ਸਕਦੇ ਵੀ ਜਾਗ ਨਹੀਂ ਆਉਂਦੀ, ਆਉਂਦੀ ਹੈ, ਪਰ ਮਨ ਦੇ ਆਖੇ ਲੱਗ ਕੇ ਫੇਰ ਸੌਂ ਜਾਂਦੇ ਆ। ਇਹ ਢੀਠ ਮਨ ਹੈ ਨਾ ਜੀ, ਉਹ ਨਹੀਂ ਉੱਠਣ ਦਿੰਦਾ ਉਸ ਵੇਲੇ। ਤੇ ਜਦ ਮਨ ਕਹਿੰਦਾ ਨਾ ਨਹੀਂ ਹਾਲੇ ਸੌਂ ਜਾ, ਬੜਾ ਸਮਾਂ ਹੈ, ਦਿਨ ਚੜੇ ਪਾਠ ਕਰ ਲਈ, ਦਿਨ ਚੜੇ ਨਿਤਨੇਮ ਕਰ ਲਈ, ਤੇ ਆਹ ਪੰਕਤੀ ਉਸ ਵੇਲੇ ਆਪਣੇ ਮਨ ਨੂੰ ਸਮਝਾਇਆ ਕਰੋ ਜੀ। ਤੇਰਾ ਨਾਮ ਜਪਣ ਦਾ ਵੇਲਾ ਕਿਉਂ ਨਹੀਂ ਜਪਦਾ ਓ ਮਨਾ, ਤੇਰਾ ਨਾਮ ਜਪਣ ਦਾ ਵੇਲਾ ਕਿਉਂ ਨਹੀਂ ਜਪਦਾ ਓ ਮਨਾ, ਤੇਰਾ ਨਾਮ ਜਪਣ ਦਾ ਵੇਲਾ ਕਿਉਂ ਨਹੀਂ ਜਪਦਾ ਓਏ ਮਨਾ, ਤੇਰਾ ਨਾਮ ਜਪਣ ਦਾ ਵੇਲਾ ਕਿਉਂ ਨਹੀਂ ਜਪਦਾ ਓਏ ਮਨਾ, ਤੇਰਾ ਨਾਮ ਜਪਣ ਦਾ ਵੇਲਾ ਕਿਉਂ ਨਹੀਂ ਜਪਦਾ ਓਏ ਮਨਾ, ਤੇਰਾ ਨਾਮ ਜਪਣ ਦਾ ਵੇਲਾ ਜਪਦਾ ਓਏ ਮਨਾ, ਤੇਰਾ ਨਾਮ ਜਪਣ ਦਾ ਵੇਲਾ। ਬਾਬਾ ਜੀ ਬਾਣੀ ਚ ਕਹਿੰਦੇ ਹਉ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਨਾ ਵਾਸ। ਇੱਥੋਂ ਤਾਂ ਉਹ ਬਣਾ ਦੇ ਪੰਛੀ ਚੰਗੇ ਆ। ਤੁਸੀਂ ਕਦੇ ਦੇਖਿਆ ਜੀ ਪੰਛੀਆਂ ਨੇ ਕਦੇ ਅਲਾਰਮ ਲਾਇਆ ਹੋਵੇ ਉੱਠਣ ਵਾਸਤੇ? ਪੰਛੀਆਂ ਨੇ ਅਲਾਰਮ ਲਾਇਆ ਕਦੇ ਉੱਠਣ ਲਈ? ਤੇ ਪੰਛੀਆਂ ਨੂੰ ਕਦੇ ਦਿਨ ਚੜੇ ਸੁੱਤੇ ਵੇਖਿਆ ਜੀ ਕਿਸੇ ਨੇ? ਦਿਨ ਚੜਿਆ ਹੋਵੇ ਗੋਡੇ ਗੋਡੇ ਤੇ ਪੰਛੀ ਸੁੱਤੇ ਪਏ ਹੋਣ। ਨਹੀਂ ਕਹਿਣਾ ਪੈਂਦਾ ਕਿਸੇ ਪਸ਼ੂ ਨੂੰ, ਨਹੀਂ ਕਹਿਣਾ ਪੈਂਦਾ। ਤੁਸੀਂ ਕਦੇ ਮੱਝ ਨੂੰ ਨਹੀਂ ਕਿਹਾ ਹੋਣਾ
ਹਟ ਜਾ ਨਹੀਂ ਤੈਨੂੰ ਮੱਝ ਬਣਾ ਦਿਆਂਗਾ। ਕਦੇ ਕੁੱਤੇ ਨੂੰ ਨਹੀਂ ਕਹਿਣਾ ਪਿਆ ਹਟ ਜਾ ਨਹੀਂ ਤੈਨੂੰ ਕੁੱਤਾ ਬਣਾ ਦਿਆਂਗਾ। ਇੱਕ ਬੰਦਾ ਹੈ ਜਿਹਨੂੰ ਕਹਿਣਾ ਪੈਂਦਾ ਹਟ ਜਾ ਨਹੀਂ ਤੈਨੂੰ ਬੰਦਾ ਬਣਾ ਦਿਆਂਗਾ। ਸ਼ੱਕ ਹੈ ਵੀ ਦੇਖਣ ਨੂੰ ਇਹ ਬੰਦਾ ਹੈ ਨਹੀਂ, ਬੰਦਾ ਹੈ, ਸ਼ੱਕ ਹੈ। ਹਟ ਜਾ ਨਹੀਂ ਤੈਨੂੰ ਬੰਦਾ ਬਣਾ ਦਿਆਂਗਾ। ਤੇ ਮਹਾਰਾਜ ਬੰਦਾ ਕਿਹਨੂੰ ਮੰਨਦੇ ਆ? ਮਹਾਰਾਜ ਨੂੰ ਪੁੱਛੋ ਜੀ ਤੁਹਾਡੀ ਨਿਗਾਹ ਦੇ ਵਿੱਚ ਬੰਦਾ ਕੌਣ ਹੈ? ਆਪਾਂ ਵੀ ਆਪਣੇ ਆਪ ਨੂੰ ਬੰਦੇ ਸਮਝਦੇ, ਅਸੀਂ ਬੰਦੇ ਆ ਜੀ। ਮਹਾਰਾਜ ਕਹਿੰਦੇ ਨਾ ਬਈ, ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ। 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 ਬੰਦਾ ਬੰਦਗੀ ਬਗੈਰ ਬੰਦਗੀ ਤੋਂ ਬਿਨਾ ਬੰਦਾ ਕਿਸੇ ਕੰਮ ਦਾ ਨਹੀਂ। ਤੇ ਮਹਾਰਾਜ ਉਹਨੂੰ ਬੰਦਾ ਹੀ ਨਹੀਂ ਮੰਨਦੇ ਜਿਹੜਾ ਬੰਦਗੀ ਨਾ ਕਰੇ। ਬੰਦਾ ਸੋ ਜੋ ਬੰਦਗੀ ਗਹਿ, ਬੰਦਗੀ ਕਰਨ ਵਾਲਾ ਹੀ ਮਹਾਰਾਜ ਕਹਿੰਦੇ ਬੰਦਾ ਹੈ। ਹਮ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿਨਾ ਵਾਸ। ਕੱਕਰ ਚੁਗਣ ਥਲ ਵਸਨ ਰੱਬ ਨਾ ਛੋਡਨ ਪਾਸ। ਰੱਬ ਨੂੰ ਨਹੀਂ ਭੁੱਲਦੇ। ਵਣਾਂ ਦੇ ਪੰਛੀ ਸਮੇਂ ਸਿਰ ਉੱਠਦੇ ਐ। ਇੱਕ ਇਹ ਬੰਦਾ ਹੀ ਹੈ ਜਿਹਦੀ ਤਰਤੀਬ ਹਰ ਵੇਲੇ ਵਿਗੜੀ ਹੋਈ ਰਹਿੰਦੀ ਹੈ। ਜਿਹਨੂੰ ਤਰਤੀਬ ਦੇ ਵਿੱਚ ਲਿਆਉਣ ਵਾਸਤੇ ਸਾਧੂ ਸੰਤ ਮਹਾਤਮਾ ਕਿੰਨਾ ਜ਼ੋਰ ਲਾਉਂਦੇ ਆ। ਉਹ ਤੂੰ ਸਹੀ ਲੀਹ ਤੇ ਆ ਜਾ, ਐ ਕੰਮ ਨਾ ਕਰਿਆ ਕਰ। ਮਹਾਂਪੁਰਸ਼ ਦਿੰਦੇ ਨੇ ਜੀ ਉਪਦੇਸ਼। ਸਟੇਜ ਦੇ ਉੱਤੇ ਮਾਨਯੋਗ ਸ਼ਖਸੀਅਤਾਂ ਸਾਡੇ ਅਤੀ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਹਰਕ੍ਰਿਸ਼ਨ ਸਿੰਘ ਜੀ ਸੋਢੀ ਸਾਹਿਬ ਬੈਠੇ ਆ। ਸੰਤ ਬਾਬਾ ਜਸਵੰਤ ਸਿੰਘ ਜੀ ਬੈਠੇ ਆ। ਸੰਤ ਬਾਬਾ ਮੱਖਣ ਸਿੰਘ ਜੀ ਬੈਠੇ ਆ। ਸੰਤ ਬਾਬਾ ਗੁਰਵਿੰਦਰ ਸਿੰਘ ਜੀ ਬੈਠੇ ਆ। ਮਹਾਂਪੁਰਸ਼ ਦਿਆ ਕਰਦੇ ਨੇ ਉਪਦੇਸ਼ ਸਤ ਮਾਰਗ ਤੇ ਚੱਲਣ ਦਾ, ਸੱਚ ਦੇ ਰਾਹ ਤੇ ਤੁਰਨ ਦਾ ਉਪਦੇਸ਼। ਕਿਉਂ? ਇਹ ਬੰਦਾ ਹੀ ਹੈ ਜਿਹੜਾ ਆਪਣੇ ਰਾਹ ਤੋਂ ਭੁੱਲ ਜਾਂਦਾ ਹੈ, ਭਟਕ ਜਾਂਦਾ ਹੈ, ਕੁਰਾਹੇ ਪੈ ਜਾਂਦਾ ਹੈ। ਬਾਕੀ ਸਾਰਿਆਂ ਦੀ ਜੋ ਤਰਤੀਬ ਪਰਮੇਸ਼ਰ ਨੇ ਬਣਾਈ ਹੈ ਉਹ ਕਿਸੇ ਨੇ ਤਰਤੀਬ ਨਹੀਂ ਛੱਡੀ। ਗੁਰਮੁਖੋ, ਜਿਹੜੇ ਮਾਸਾਹਾਰੀ ਜਾਨਵਰ ਨੇ ਨਾ ਜੀ, ਮਾਸਾਹਾਰੀ ਜਾਨਵਰ, ਰੱਬ ਨੇ ਉਹਨਾਂ ਦੀ ਤਰਤੀਬ ਬਣਾਈ ਹੈ ਵੀ ਤੁਹਾਡੀ ਖੁਰਾਕ ਮਾਸ ਹੈ। ਉਹਨਾਂ ਨੂੰ 7 ਦਿਨ 8 ਦਿਨ ਭੁੱਖੇ ਰੱਖ ਛੱਡੋ, ਭੁੱਖੇ ਮਰ ਜਾਣਗੇ ਪਰ ਘਾਹ ਨਹੀਂ ਖਾਣਗੇ, ਕਿਉਂਕਿ ਪਰਮੇਸ਼ਰ ਨੇ ਉਹਨਾਂ ਦਾ ਨਿਯਮ ਬਣਾਇਆ ਹੋਇਆ। ਜਿਹੜੇ ਸ਼ਾਕਾਹਾਰੀ ਜਾਨਵਰ ਨੇ ਤੁਹਾਡੇ ਘਰਾਂ ਦੇ ਵਿੱਚ, ਗਊਆਂ ਮੱਝਾਂ ਨੇ, ਜਿੰਨਾ ਚਿਰ ਮਰਜ਼ੀ ਭੁੱਖੇ ਰੱਖ ਛੱਡੋ, ਮਾਸ ਨਹੀਂ ਖਾਣਗੇ, ਭੁੱਖੇ ਮਰ ਜਾਣਗੇ। ਪਰ ਇਹ ਬੰਦਾ ਹੈ, ਇਹਦਾ ਹੀ ਨਹੀਂ ਪਤਾ ਲੱਗਦਾ ਵੀ ਇਹਨੂੰ ਰੱਜ ਕਾਹਦੇ ਨਾਲ ਆਉਣਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹਦਾ ਪਤਾ ਹੀ ਨਹੀਂ ਹੈ ਵੀ ਇਹਨੂੰ ਰੱਜ ਕਾਹਦੇ ਨਾਲ ਆਉਣਾ ਹੈ। 36 ਪ੍ਰਕਾਰ ਦੇ ਭੋਜਨ ਖਾਂਦਾ, ਫਿਰ ਰੋਈ ਜਾਂਦਾ, ਪਿੱਟੀ ਜਾਂਦਾ, ਕਹਿੰਦਾ ਖਾਈਏ ਕੀ। ਕਿੰਨੇ ਪਦਾਰਥ ਨੇ ਇਸ ਬੰਦੇ ਵਾਸਤੇ ਬਣਾਏ ਹੋਏ, ਕਿੰਨੇ ਤਰ੍ਹਾਂ ਦੇ ਪਦਾਰਥ ਨੇ, ਫੇਰ ਨਹੀਂ ਇਹਨੂੰ ਰੱਜ ਆਉਂਦਾ। ਆਸਾ ਦੀ ਵਾਰ ਦੇ ਵਿੱਚੋਂ ਪੜ੍ਹ ਲਓ, ਇਹ ਸਰੀਰ ਦੀ ਵਡਿਆਈ ਕੀ ਹੈ। ਮਹਾਂਪੁਰਸ਼ ਬੈਠੇ ਆ, ਪੁੱਛ ਲੈਣਾ ਸਾਧ ਸੰਗਤ ਜੀ। 5 ਦੇਵਤੇ ਇਕੱਠੇ ਹੋ ਕੇ ਭੋਜਨ ਬਣਦਾ ਹੈ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਘ੍ਰਿਤ, ਤਾਂ ਹੋਆ ਪਾਕ ਪਵਿੱਤ। ਪਰ ਇਸ ਸਰੀਰ ਦੀ ਵਡਿਆਈ ਦੇਖੋ, ਕਹਿੰਦੇ ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿੱਤ। ਕਾਹਦਾ ਮਾਣ ਹੈ ਇਸ ਸਰੀਰ ਦਾ? 5 ਦੇਵਤੇ ਰਲ ਕੇ ਭੋਜਨ ਬਣਿਆ, ਭੋਜਨ ਸੁੰਦਰ ਪਕਵਾਨ ਬਣੇ, ਥਾਲਾ ਸਜਿਆ। ਪਰ ਜਦੋਂ ਇਸ ਸਰੀਰ ਦੇ ਅੰਦਰ ਚਲਿਆ ਗਿਆ ਨਾ, ਉਹਦਾ ਰੂਪ ਗੰਦਗੀ ਬਣ ਗਿਆ। ਆਖੋ ਸਤਨਾਮ, ਬਿਸ਼ਟਾ ਬਣ ਗਿਆ। ਜਿਹੜੀ ਬੁਰਕੀ ਤੁਸੀਂ ਇੱਕ ਵਾਰੀ ਮੂੰਹ ਵਿੱਚ ਪਾ ਲਈ ਨਾ, ਮਜਬੂਰੀ ਵਸ, ਕਈ ਵਾਰੀ ਕੋਈ ਕੰਕਰ ਆ ਜਾਂਦਾ, ਕੋਈ ਹੋਰ, ਅੱਛਾ ਕਿਤੇ ਮਜਬੂਰੀ ਵਸ ਮੂੰਹ ਵਿੱਚ ਪਾਈ ਹੋਈ ਅੱਧ ਚਿੱਠੀ ਬੁਰਕੀ ਮੂੰਹ ਵਿੱਚੋਂ ਕੱਢਣੀ ਪੈ ਜਾਏ, ਤੁਸੀਂ ਕਦੇ ਉਹ ਬੁਰਕੀ ਨਹੀਂ ਦੁਬਾਰਾ ਮੂੰਹ ਵਿੱਚ ਪਾਓਗੇ, ਨਾਲੇ ਆਪਣੇ ਮੂੰਹ ਚੋਂ ਹੀ ਕੱਢੀ ਹੈ। ਆਹ ਵਡਿਆਈ ਹੈ ਇਸ ਦੇਹੀ ਦੀ, ਇਸ ਸਰੀਰ ਦੀ। ਕਾਹਦਾ ਮਾਣ ਕਰਦੇ ਆ? ਸ਼ੀਸ਼ੇ ਮੂਹਰੇ ਖੜੇ ਹੋ ਕੇ ਬਾਰ-ਬਾਰ ਆਪਣਾ ਆਪੇ ਸਵਾਰੀ ਜਾਂਦਾ ਹੈ। ਨਾਲੇ ਇਹਨੂੰ ਪਤਾ ਹੈ
ਵੀ ਇਹਨੇ ਇੱਕ ਦਿਨ ਮਿੱਟੀ 'ਚ ਮਿਲ ਜਾਣਾ ਹੈ। ਜਿਹੜੀ ਆਤਮਾ ਸਵਾਰਨੀ ਹੈ ਉਹਨੂੰ ਸਵਾਰਨ ਵੱਲ ਇਹਦਾ ਕੋਈ ਖਿਆਲ ਨਹੀਂ ਜਾਂਦਾ। ਜਿਹੜੀ ਆਤਮਾ ਉਹਦੀ ਦਰਗਾਹ ਵਿੱਚ ਪੇਸ਼ ਹੋਣੀ ਹੈ ਜਾ ਕੇ, ਉਹਨੂੰ ਸਵਾਰਨ ਵੱਲ ਨਹੀਂ ਇਹ ਯਤਨ ਕਰਦਾ। ਜਿਨ੍ਹਾਂ ਦੀ ਆਤਮਾ ਸੰਵਰ ਗਈ ਨਾ ਜੀ, ਜਿਨ੍ਹਾਂ ਦਾ ਅੰਦਰ ਸੰਵਰ ਗਿਆ, ਜਿਨ੍ਹਾਂ ਨੂੰ ਬਾਣੀ ਨੇ ਕਿਹਾ ਜੀਓ ਨਿਰਮਲ ਬਾਹਰੋਂ ਨਿਰਮਲ, ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਹਨਾਂ ਨੂੰ ਕੀ ਆਖਿਆ ਜੀ? ਗੁਰੂ ਅਮਰਦਾਸ ਮਹਾਰਾਜ ਜੀ ਨੇ, ਜੀਓ ਤਾਂ ਨਿਰਮਲ ਬਾਹਰੋਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ, 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 ਜਨਮ ਰਤਨ ਜਿਨੀ ਖਟਿਆ। ਭਲੇ ਸੇਵਨ ਜਾਰੇ, ਜਨਮ ਰਤਨ ਜਿਨੀ, ਜਨਮ ਰਤਨ ਜਿਨੀ ਖਟਿਆ, ਭਲੇ ਸੇਵਨ ਜਾਰੇ, ਜਨਮ ਰਤਨ ਜਿਨੀ ਖਟਿਆ, ਜਨਮ ਰਤਨ ਜਿਨੀ, ਭਲੇ ਸੇਵਨ ਜਾਰੇ, ਜਨਮ ਰਤਨ ਜਿਨੀ ਖਟਿਆ, ਜਨਮ ਰਤਨ ਜਿਨੀ ਖਟਿਆ। ਭਲੇ ਸੇਵਨ ਜਾਰੇ, ਜਨਮ ਰਤਨ ਜਿਨੀ, ਜਨਮ ਰਤਨ ਜਿਨੀ ਖਟਿਆ, ਭਲੇ ਸੇਵਨ ਜਾਰੇ, ਜਨਮ ਰਤਨ ਜਿਨੀ ਖਟਿਆ, ਜਨਮ ਰਤਨ ਜਿਨੀ, ਭਲੇ ਸੇਵਨ ਜਾਰੇ, ਜਨਮ ਰਤਨ ਜਿਨੀ ਖਟਿਆ, ਜਨਮ ਰਤਨ ਜਿਨੀ ਖਟਿਆ। ਭਲੇ ਸੇਵਨ ਜਾਰੇ ਸਾਧ ਸੰਗਤ ਜੀ, ਉਹਨਾਂ ਨੂੰ ਭਲੇ ਵਣਜਾਰੇ ਆਖਿਆ, ਜੀਵਨ ਦਾ ਲਾਹਾ ਲੈ ਕੇ ਗਏ ਆ ਜਿਹੜੇ। ਖੈਰ ਗੁਰਮੁਖੋ, ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ, ਸੰਗਤਾਂ ਅੰਮ੍ਰਿਤ ਵੇਲਾ ਸੰਭਾਲਣ ਵਾਸਤੇ, ਸਾਂਭਣ ਵਾਸਤੇ ਉੱਠਣੀਆਂ ਸ਼ੁਰੂ ਹੋ ਗਈਆਂ। ਹੁਣ ਇਹਨਾਂ ਚੋਰਾਂ ਦਾ ਜੀ ਦਾ ਨਾ ਲੱਗਾ ਚੋਰੀ ਕਰਨ ਦਾ, ਦਾ ਨਾ ਲੱਗਾ। ਲੰਗਰ ਵਾਲੇ ਸੇਵਾਦਾਰ ਜਾਗਦੇ ਰਹੇ। ਅੱਛਾ, ਸਵੇਰ ਦਾ ਅੰਮ੍ਰਿਤ ਵੇਲੇ ਦਾ ਦੀਵਾਨ ਸਜ ਗਿਆ, ਆਸਾ ਦੀ ਵਾਰ ਸ਼ੁਰੂ ਹੋ ਗਈ ਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵੀ ਦਰਬਾਰ ਵਿੱਚ ਬੈਠ ਗਏ ਆ ਕੇ। ਹੁਣ ਇਹਨਾਂ ਚੋਰਾਂ ਨੇ ਸੋਚਿਆ ਵੀ ਜੇ ਅਸੀਂ ਇੱਥੇ ਇਕੱਲੇ ਜੇ ਵੱਖਰੇ ਹੋ ਕੇ ਬੈਠੇ ਰਹੇ, ਸਾਡੇ ਤੇ ਸ਼ੱਕ ਪੈ ਜਾਣੀ ਹੈ, ਆਪਾਂ ਵੀ ਸੰਗਤ ਵਿੱਚ ਜਾ ਕੇ ਬਹਿ ਜਾਂਦੇ ਹਾਂ। ਇਹ ਵੀ ਸੰਗਤ ਦੇ ਵਿੱਚ ਨਾ ਗੱਭੇ ਜਿਹੇ ਆ ਕੇ ਬੈਠ ਗਏ। ਹੁਣ ਇਹਨਾਂ ਨੂੰ ਸਮਝ ਤਾਂ ਕੁਝ ਲੱਗੇ ਨਾ, ਪਰ ਉਹ ਸਾਜ਼ਾਂ ਦੀ ਸਰੋਤ ਦੇ ਨਾਲ ਨਾ ਜੀ ਇਹ ਐ ਸਿਰ ਹਿਲਾਉਣ। ਜਦੋਂ ਸਿਰ ਹਿਲਾਉਣ ਤੇ ਮਹਾਰਾਜ ਨੇ ਕਈ ਵਾਰੀ ਇਹਨਾਂ ਵੱਲ ਵੇਖਣ ਇਹਨਾਂ ਵੱਲ। ਅੱਛਾ ਜੀ, ਆਸਾ ਦੀ ਵਾਰ ਦਾ ਭੋਗ ਪੈ ਗਿਆ, ਸਮਾਪਤੀ ਹੋ ਗਈ। ਮਹਾਰਾਜ ਭਾਈ ਬੱਲੂ ਜਿਹੜਾ ਸੇਵਾ ਦੇ ਵਿੱਚ ਰਹਿੰਦਾ ਸੀ ਹਰ ਵੇਲੇ, ਮਾਰੇ ਕਹਿੰਦੇ ਭਾਈ ਬੱਲੂ, ਉਹ ਜਿਹੜੇ 4 ਜਣੇ ਬੈਠੇ ਨਾ ਉਹਨਾਂ ਨੂੰ ਠਾਲ ਕੇ ਲਿਆ। ਮਹਾਰਾਜ ਨੇ ਸੱਦ ਲਿਆ ਜੀ, ਕੋਲ ਆ ਗਏ, ਬਹਿ ਗਏ। ਮਹਾਰਾਜ ਕਹਿੰਦੇ ਪ੍ਰੇਮੀਓ, ਤੁਹਾਡੇ ਹਿੱਲ ਦੇ ਸਿਰ ਵੇਖ ਕੇ ਸਾਨੂੰ ਇੰਜ ਲੱਗਦਾ ਸੀ ਵੀ ਤੁਹਾਨੂੰ ਆਨੰਦ ਬਹੁਤ ਆ ਰਿਹਾ। ਤੁਹਾਡੇ ਹਿੱਲ ਦੇ ਸਿਰ ਵੇਖ ਕੇ ਅਸੀਂ ਸੋਚ ਰਹੇ ਸਾਂ ਵੀ ਤੁਹਾਨੂੰ ਬਹੁਤ ਆਨੰਦ ਆ ਰਿਹਾ। ਹੁਣ ਇਹ ਕੀ ਕਹਿੰਦੇ ਆ? ਕਹਿੰਦੇ ਜੀ ਪਹਿਲੀ ਵਾਰ ਆਏ ਆ, ਪਰ ਮਹਾਰਾਜ ਅੱਜ ਵਰਗਾ ਆਨੰਦ ਤੇ ਕਦੇ ਆਇਆ ਹੀ ਨਹੀਂ। ਅੱਜ ਵਰਗਾ ਆਨੰਦ ਤੇ ਕਦੇ ਆਇਆ ਹੀ ਨਹੀਂ। ਮਹਾਰਾਜ ਕਹਿੰਦੇ ਹਾਂ, ਤੁਹਾਨੂੰ ਵੀ ਅੱਜ ਵਰਗਾ ਆਨੰਦ ਪਹਿਲਾਂ ਨਹੀਂ ਕਦੇ ਆਇਆ ਹੋਣਾ, ਤੇ ਜਿਹਨੂੰ ਉਹ ਰੇਤੇ ਵਿੱਚ ਦੱਬ ਕੇ ਆਏ ਹੋਏ ਹੋ, ਉਹਨੂੰ ਵੀ ਅੱਜ ਵਰਗਾ ਆਨੰਦ ਨਹੀਂ ਕਦੇ ਆਇਆ ਹੋਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹਨੂੰ ਰੇਤੇ 'ਚ ਦੱਬ ਕੇ ਆਏ ਹੋਏ ਹੋ ਨਾ, ਉਹਨੂੰ ਵੀ ਅੱਜ ਵਰਗਾ ਆਨੰਦ ਨਹੀਂ ਕਦੇ ਆਇਆ ਹੋਣਾ। ਚਿਹਰਿਆਂ ਦੇ ਰੰਗ ਉੱਡ ਗਏ। ਮਹਾਰਾਜ ਨੂੰ ਕਿਹਨੇ ਦੱਸਤਾ? ਸੇਵਾਦਾਰ ਭਾਈ ਬੱਲੂ ਪੁੱਛਦਾ, ਮਹਾਰਾਜ ਕਿਰਪਾ ਕਰੋ। ਮਹਾਰਾਜ ਕਹਿੰਦੇ ਜਾਓ, ਕਹਿੰਦੇ ਬਿਆਸ ਦਰਿਆ ਦੇ ਕੰਢੇ ਫਲਾਨੀ ਜਗ੍ਹਾ ਸਾਡਾ ਸਿੱਖ ਰੇਤੇ ਵਿੱਚ ਦੱਬ ਕੇ ਆਏ ਹੋਏ ਆ, ਇਹ ਮਹਿੰਗਾ ਮਲ ਨੂੰ ਕੱਢ ਕੇ ਲਿਆਓ ਜਾ ਕੇ। ਹੁਣ ਉਹ ਚਾਰੇ ਹੀ ਉੱਥੇ ਕਾਬੂ ਕੀਤੇ ਹੋਏ ਬਿਠਾਲੇ ਹੋਏ ਆ। ਮਹਿੰਗਾ ਮਲ ਨੂੰ ਉੱਥੇ ਰੇਤੇ ਚੋਂ ਕੱਢਿਆ, ਇਸ਼ਨਾਨ ਕਰਾਇਆ, ਵਸਤਰ ਬਦਲੀ ਕਰਾ ਕੇ ਦਰਬਾਰ 'ਚ ਲੈ ਆਂਦਾ। ਹਜ਼ੂਰ ਦੇ ਸਨਮੁਖ ਮੱਥਾ ਟੇਕ ਕੇ ਭਾਈ ਸੇਠ ਮਹਿੰਗਾ
ਮਹਿੰਗਾ ਮੱਲ ਜੀ ਬੈਠ ਗਏ। ਮਹਾਰਾਜ ਕਹਿੰਦੇ ਮਹਿੰਗਾ ਮੱਲ ਤੇਰੇ ਨਾਲ ਇਹਨਾਂ ਨੇ ਬੜਾ ਧੱਕਾ ਕੀਤਾ। ਕਹਿੰਦਾ ਨਾ ਮਹਾਰਾਜ, ਇਹ ਤਾਂ ਹੋ ਸਕਦਾ ਮੇਰਾ ਕੋਈ ਪਿਛਲਾ ਕਰਮ ਹੋਣਾ ਜਿਹੜਾ ਤੁਸੀਂ ਭੁਗਤਾ ਦਿੱਤਾ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਗੁਰਮੁਖਾਂ ਦੇ ਉੱਤੇ ਦੁੱਖ ਵੀ ਆਉਂਦਾ, ਉਹ ਤਾਂ ਵੀ ਨਹੀਂ ਅਲਾਮਾ ਦਿੰਦੇ। ਆਪਣੇ ਤੇ ਦੁੱਖ ਵੀ ਕੋਈ ਨਹੀਂ ਹੁੰਦਾ, ਫੇਰ ਵੀ ਬਾਬਿਆਂ ਨੂੰ ਅਲਾਮਾ ਹੀ ਦੇਈ ਜਾਂਦੇ ਆ, ਮੇਰੇ ਨਾਲ ਏਦਾਂ ਹੋ ਗਈ, ਮੇਰੇ ਨਾਲ ਏਦਾਂ ਹੋਇਆ, ਕੱਖ ਵੀ ਨਹੀਂ ਹੁੰਦਾ। ਅਲਾਮੇ ਨਾ ਦਿਓ। ਜਿੱਥੇ ਪਿਆਰ ਹੁੰਦਾ ਉੱਥੇ ਅਲਾਮੇ ਨਹੀਂ ਦਿੱਤੇ ਜਾਂਦੇ, ਉੱਥੇ ਅਸੀਸ ਲਈ ਜਾਂਦੀ ਹੈ। ਦਾਤਾ ਜੇ ਦੁੱਖ ਵੀ ਆ ਗਿਆ ਤੇ ਕਿਰਪਾ ਕਰਿਓ ਮਹਾਂਪੁਰਸ਼ੋ, ਇਹਨਾਂ ਦੁੱਖਾਂ ਨੂੰ ਝੱਲਣ ਦੀ ਸਮਰੱਥਾ ਦੇ ਦਿਓ। ਮਹਿੰਗਾ ਮੱਲ ਕਹਿੰਦਾ ਮਹਾਰਾਜ ਮੇਰਾ ਹੀ ਕੋਈ ਪਿਛਲਾ ਕਰਮ ਹੋਣਾ ਜਿਹੜਾ ਤੁਸੀਂ ਮੈਨੂੰ ਭੁਗਤਾਇਆ ਹੈ। ਮਹਾਰਾਜ ਕਹਿੰਦੇ ਮਹਿੰਗਾ ਮੱਲ ਇਹਨਾਂ ਚੌਹਾਂ ਨੇ, ਠੀਕ ਹੈ ਤੇਰੀ ਬਿਰਤੀ ਹੈ, ਤੈਨੂੰ ਨਹੀਂ ਕੋਈ ਮਾੜਾ ਦਿਸ ਰਿਹਾ, ਇਹਨਾਂ ਵਿੱਚ ਬੁਰਾਈ ਨਹੀਂ ਦਿਸ ਰਹੀ, ਪਰ ਸਿੱਖ ਬੜੇ ਇਸ ਵੇਲੇ ਇਹਨਾਂ ਦੇ ਉੱਤੇ ਕ੍ਰੋਧਿਤ ਨੇ, ਸਜ਼ਾ ਦੇਣੀ ਚਾਹੁੰਦੇ ਆ, ਪਰ ਅਸੀਂ ਇਹਨਾਂ ਨੂੰ ਰੋਕਿਆ ਹੋਇਆ ਇਸ ਕਰਕੇ ਬਈ ਇਹ ਤੇਰੇ ਗੁਨਾਹਗਾਰ ਨੇ, ਤੇਰੇ ਦੋਸ਼ੀ ਨੇ, ਇਹ ਜੋ ਤੂੰ ਆਖੇਗਾ ਉਹ ਇਹਨਾਂ ਨੂੰ ਸਜ਼ਾ ਦੇਵਾਂਗੇ। ਦੱਸ ਤੂੰ ਕੀ ਸਜ਼ਾ ਦੇਈਏ। ਦੇਖੋ ਮਹਾਂਪੁਰਸ਼ਾਂ ਦੀ ਸਮਦ੍ਰਿਸ਼ਟੀ, ਸਾਧੂਆਂ ਦੀ ਸਮਦ੍ਰਿਸ਼ਟੀ ਕੀ ਹੁੰਦੀ ਹੈ। ਕਹਿੰਦੇ ਜੋ ਤੂੰ ਆਖੇਗਾ ਨਾ ਉਹ ਸਜ਼ਾ ਦੇਵਾਂਗੇ, ਜੋ ਤੂੰ ਕਹਿ ਦੇਂਗਾ। ਪਹਿਲਾਂ ਤਾਂ ਮਹਿੰਗਾ ਮੱਲ ਕਹਿੰਦਾ ਮਹਾਰਾਜ ਤੁਹਾਡੇ ਸਾਹਮਣੇ ਮੈਂ ਕੀ ਬੋਲਣ ਜੋਗਾ, ਸੱਚੇ ਪਾਤਸ਼ਾਹ ਜੋ ਤੁਹਾਡਾ ਮਨ ਕਰੇ। ਮਹਾਰਾਜ ਜਿਵੇਂ ਤੁਹਾਡੀ ਮੌਜ, ਮੈਂ ਕੌਣ ਆ ਵਿੱਚ ਬੋਲਣ ਵਾਲਾ। ਮਹਾਰਾਜ ਕਹਿੰਦੇ ਨਹੀਂ ਮਹਿੰਗਾ ਮੱਲ ਤੇਰੇ ਗੁਨਾਹਗਾਰ ਨੇ, ਇਹ ਤੇਰੇ ਨਾਲ ਧੱਕਾ ਕੀਤਾ ਇਹਨਾਂ ਨੇ, ਜੋ ਤੂੰ ਆਖੇਗਾ ਉਹ ਸਲੂਕ ਇਹਨਾਂ ਨਾਲ ਕੀਤਾ ਜਾਏਗਾ। ਮਹਾਰਾਜ ਜੀਆਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਮਹਿੰਗਾ ਮੱਲ ਜੀ ਆਖਦੇ ਆ, ਕਹਿੰਦੇ ਦਾਤਾ ਜੀ ਜੇ ਸੱਚਮੁੱਚ ਮੇਰਾ ਹੀ ਆਖਿਆ ਕਰਨਾ ਨਾ, ਜੋ ਮੈਂ ਆਖਾਂਗਾ ਉਹੀ ਕਰਨਾ, ਤੇ ਮੇਰੀ ਇੱਕ ਬੇਨਤੀ ਆ, ਜਿੱਦਾਂ ਮੈਨੂੰ ਆਪਣੇ ਚਰਨੀ ਲਾਇਆ ਇਦਾਂ ਇਹਨਾਂ ਚੌਹਾਂ ਨੂੰ ਵੀ ਆਪਣੀ ਸਿੱਖੀ ਬਖਸ਼ ਕੇ ਆਪਣੇ ਚਰਨੀ ਲਾ ਲਓ। ਆਖੋ ਸਤਿਨਾਮ। ਹਾਂਜੀ, ਭਲਿਆਂ ਨਾਲ ਭਲਾਈ ਕਰਨੀ ਕਹਿੰਦੇ ਸਭ ਸਿਆਣੇ, ਪਰ ਬੁਰਿਆਂ ਨਾਲ ਭਲਾਈ ਕਰਨੀ ਇਹ ਗੁਰੂ ਨਾਨਕ ਜਾਣੇ। ਸਾਧੂ ਦੋਹਾਂ ਨੂੰ ਗਲੇ ਨਾਲ ਲਾਉਂਦੇ ਨੇ, ਪਾਪੀਆਂ ਤੇ ਪੁੰਨੀਆਂ ਸਾਧੂ ਦੋਹਾਂ ਨੂੰ ਗਲੇ ਨਾਲ ਲਾਉਂਦੇ ਨੇ, ਪਾਪੀਆਂ ਤੇ ਪੁੰਨੀਆਂ ਸਾਧੂ ਦੋਹਾਂ ਨੂੰ ਗਲੇ ਨਾਲ ਲਾਉਂਦੇ ਨੇ, ਪਾਪੀਆਂ ਤੇ ਪੁੰਨੀਆਂ ਦੀ ਵਡਿਆਈ ਸਾਧ ਸੰਗਤ ਜੀ ਉਹ ਪਾਪੀਆਂ ਨੂੰ ਵੀ ਗੱਲ ਨਾਲ ਲਾ ਲੈਂਦੇ ਆ। ਵੇਖੋ ਉਹਨਾਂ ਚੋਰਾਂ ਨੇ ਐਡਾ ਵੱਡਾ ਧੱਕਾ ਕੀਤਾ ਮਹਿੰਗਾ ਮੱਲ ਦੇ ਨਾਲ, ਪਰ ਨਾਮ ਜਪਣ ਵਾਲੇ ਸੇਵਾ ਕਰਨ ਵਾਲੇ ਗੁਰਸਿੱਖ ਦਾ ਹਿਰਦਾ ਕਿਹੋ ਜਿਹਾ ਸੀ, ਉਹਨੇ ਬੁਰਿਆਂ ਨਾਲ ਵੀ ਬੁਰਾਈ ਨਹੀਂ ਕੀਤੀ। ਕਹਿੰਦਾ ਮਹਾਰਾਜ ਜਿੱਦਾਂ ਮੈਨੂੰ ਚਰਨੀ ਲਾਇਆ ਸੀ ਉਦਾਂ ਹੀ ਇਹਨਾਂ ਨੂੰ ਵੀ ਚਰਨੀ ਲਾ ਕੇ ਸਿੱਖ ਬਣਾ ਲਓ ਆਪਣੇ।
ਮਹਾਰਾਜ ਇਹ ਚੋਰ ਉਹਨਾਂ ਚਿਰ ਹੀ ਨੇ ਜਿੰਨਾ ਚਿਰ ਚੋਰੀਆਂ ਕਰਦੇ ਸਨ। ਜਦੋਂ ਤੁਹਾਡੇ ਚਰਨੀ ਲੱਗ ਜਾਣਗੇ ਫਿਰ ਸੱਚੇ ਸਿੱਖ ਬਣ ਜਾਣਗੇ। ਦੇਖੋ ਗੁਰੂ ਦਰਬਾਰ ਦੇ ਵਿੱਚ ਕੋਈ ਆਉਂਦਾ ਹੈ, ਉਹਦਾ ਨਿੱਜੀ ਜੀਵਨ ਕਿਹੋ ਜਿਹਾ ਹੈ। ਜਦੋਂ ਉਹ ਦਰਵਾਜ਼ਾ ਇੱਧਰ ਨੂੰ ਲੰਘਿਆ ਆ ਨਾ ਜੀ, ਇੱਥੇ ਬੈਠਣ ਵਾਲੇ ਹਰ ਇੱਕ ਨੂੰ ਹੱਥ ਜੋੜ ਕੇ ਆਖਿਆ ਜਾਂਦਾ ਗੁਰੂ ਰੂਪ ਸਾਧ ਸੰਗਤ ਜੀ। ਇਹ ਗੁਰੂ ਦਰਬਾਰ ਦੇ ਵਿੱਚ ਆਉਣ ਦੀ ਉਹੀ ਕਲਾ ਹੈ। ਇੱਥੇ ਆ ਕੇ ਬੈਠਣ ਦੇ ਨਾਲ ਹੀ ਸਾਧ ਸੰਗਤ ਦਾ ਰੂਪ ਬਣ ਗਿਆ। ਸਾਧ ਸੰਗਤ, ਗੁਰੂ ਰੂਪ ਸਾਧ ਸੰਗਤ। ਨਿੱਜੀ ਜੀਵਨ ਵਿੱਚ ਕੱਲਾ ਕੋਈ ਕੁਝ ਵੀ ਹੋਵੇ, ਪਰ ਸੰਗਤ ਵਿੱਚ ਬੈਠ ਕੇ ਸੰਗਤ ਦਾ ਰੂਪ ਹੋ ਜਾਂਦਾ ਹੈ। ਗੁਰੂ ਪਿਤਾ ਜੀ ਕਿਰਪਾ ਕਰਨ। ਰੋਮ ਰੋਮ ਕਰਕੇ ਜਿੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਹੈ। ਵੱਡਿਆਂ ਮਹਾਂਪੁਰਸ਼ਾਂ ਦੇ ਚਰਨਾਂ ਤੇ ਸੀਸ ਰੱਖ ਕੇ ਨਮਸਕਾਰ। ਧੰਨ ਧੰਨ ਸੰਤ ਮਹਾਰਾਜ ਬਾਬਾ ਦੂਲਾ ਸਿੰਘ ਸਾਹਿਬ ਜੀ ਔਰ ਸਟੇਜ ਦੇ ਉੱਤੇ ਸੁਸ਼ੋਭਿਤ ਸਾਰੀਆਂ ਹੀ ਨਾਮਵਰ ਸ਼ਖਸੀਅਤਾਂ, ਮਾਨਨੀਕ ਮਹਾਂਪੁਰਸ਼ ਸਭਨਾਂ ਦੇ ਚਰਨਾਂ ਤੇ ਨਮਸਕਾਰ ਕਰਦੇ ਹੋਏ ਦਾਸ ਰੇਖਿਆਵਾਂ ਦੇ ਜਾਚਕ ਨੇ ਜੀ। ਆਉਣ ਵਾਲਾ ਸਮਾਂ ਗੁਰਮੁਖਾਂ ਦੇ ਪਾਸੋਂ ਆਪ ਜੀ ਸਰਵਣ ਕਰੋ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਇਹ ਪਵਿੱਤਰ ਦਰਬਾਰ ਹਮੇਸ਼ਾ ਅਸੀਂ ਬੇਨਤੀ ਕਰੀਦੀ ਹੈ, ਸਮਾਗਮਾਂ ਤੇ ਬਹੁਤ ਆਪ ਜੀ ਦੀ ਕਿਰਪਾ ਦੇ ਨਾਲ ਸਾਰੇ ਪਾਸੇ ਜਾਣ ਦਾ ਸਮਾਂ ਆਪ ਜੀ ਬਖਸ਼ਦੇ ਹੋ। ਪਰ ਇੱਥੇ ਜਿਹੜੀ ਇਕਾਗਰਤਾ, ਇੱਥੇ ਜਿਹੜਾ ਪਿਆਰ ਸੰਗਤ ਦਾ ਔਰ ਪਿਆਰ ਦੇ ਨਾਲ ਕੀਰਤਨ ਆਪ ਜੀ ਸੁਣਦੇ ਹੋ, ਇਹ ਚੀਜ਼ ਹਰ ਥਾਂ ਨਹੀਂ ਮਿਲਦੀ, ਹਰ ਥਾਂ ਨਹੀਂ। ਇਹ ਬਹੁਤ ਵੱਡਿਆਂ ਮਹਾਂਪੁਰਖਾਂ ਦੀ, ਇਹਨਾਂ ਮਹਾਂਪੁਰਖਾਂ ਦੀ ਤਪੱਸਿਆ ਦਾ ਪ੍ਰਤਾਪ ਹੈ ਭਈ ਜੋ ਇੱਥੇ ਇੰਨੀ ਟਿਕਾਓ ਦੇ ਨਾਲ ਬੈਠ ਕੇ ਸੰਗਤ ਕੀਰਤਨ ਔਰ ਲੰਮਾ ਸਮਾਂ ਕੀਰਤਨ ਚੱਲਦਾ। ਭਾਗਾਂ ਵਾਲਿਆਂ ਔਰ ਆਉਣ ਵਾਲੇ ਜੱਥੇ ਇੱਕ ਤੋਂ ਇੱਕ ਚੜ੍ਹਦੀਆਂ, ਕੌਣ ਜਾਣਾ ਮੇਰਾ ਨਾਮ ਜੀਓ। ਬਹੁਤ ਚੜ੍ਹਦੀ ਕਲਾ ਵਾਲੇ ਗੁਰਮੁਖਾਂ ਨੇ ਇਸ ਦੀਵਾਨ ਵਿੱਚ ਹਾਜ਼ਰੀ ਭਰਨੀ ਹੈ। ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਓ ਜੀ। ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।